ਘੜਾ ਤਿਆਰ ਹੁੰਦਾ ਹੈ ਤੇ ਫਿਰ ਉਹਦੇ ਵਿੱਚ ਘਟਾ ਆਕਾਸ਼ ਦਾ ਪ੍ਰਤੀਬਿੰਬ ਹੈ। ਘੜਾ ਹੈ, ਪਾਣੀ ਹੈ, ਆਕਾਸ਼ ਦਾ ਪ੍ਰਤੀਬਿੰਬ ਹੈ। ਇਸੇ ਤਰ੍ਹਾਂ ਭਾਈ ਦਇਆ ਸਿੰਘ ਜੀ ਅਨੰਦਪੁਰ ਸਾਹਿਬ ਖਾਲਸੇ ਨੂੰ ਇਹ ਸਾਰੀ ਗੂੜ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਵਿੱਚ ਸੁਣਾਉਣੀ ਪ੍ਰਾਰੰਭ ਕੀਤੀ। ਕਿਤਨਾ ਵੱਡਾ ਮਾਣ ਮਿਲਿਆ ਭਾਈ ਦਇਆ ਸਿੰਘ ਜੀ ਨੂੰ। ਸ੍ਰੀ ਮੁਖ ਤੇ ਸਭੂਨ ਉਚਾਰਾ, ਦਇਆ ਸਿੰਘ ਮਮ ਰੂਪ ਉਧਾਰਾ। ਇਹ ਭਾਈ ਦਇਆ ਸਿੰਘ ਮੇਰਾ ਉੱਤਮ ਰੂਪ ਹੈ, ਸਾਖਸ਼ਾਤ ਮੇਰਾ ਰੂਪ ਹੈ। ਤੇ ਜਿੰਨੇ ਤੁਸੀਂ ਪ੍ਰਸ਼ਨ ਕਰੋਗੇ, ਕਰੋ ਪ੍ਰਸ਼ਨ ਜੇਤ ਕਰੋ ਚ ਹੋਏ, ਉੱਤਰ ਕਹੇ ਸਗਲ ਹੀ ਸੋਏ। ਭਾਈ ਦਇਆ ਸਿੰਘ ਨੂੰ ਪ੍ਰਸ਼ਨ ਕੀਤਾ ਜਿੱਥੋਂ ਇਹ ਕਥਾ ਆਰੰਭ ਹੋਈ ਹੈ ਕਿ ਭਾਈ ਸਾਹਿਬ ਜੀ ਕਰਮ ਕੀ ਹੈ, ਕਰਮ ਕਿੰਨੇ ਪ੍ਰਕਾਰ ਦਾ ਹੈ, ਖਾਲਸੇ ਦਾ ਪ੍ਰਸ਼ਨ ਹੈ। ਇਹ ਸ਼ਬਦ ਦੇ ਨਾਲ ਸਾਡਾ ਹਰ ਵੇਲੇ ਦਾ ਵਾਹ ਹੈ, ਬਾਰ-ਬਾਰ ਕਹਿਣ ਵਿੱਚ ਮਿਲਦਾ ਹੈ, ਮੇਰੇ ਆ ਗੱਲ ਕਰਮਾਂ ਵਿੱਚ ਨਹੀਂ, ਮੇਰੇ ਕਰਮ ਚੰਗੇ, ਮੇਰੇ ਕਰਮ ਮੰਦੇ। ਹਰ ਵੇਲੇ ਜੀਵ ਕਰਮ ਦੀ ਗੱਲ ਕਰਦਾ ਹੈ, ਪਰ ਇਹਦੇ ਬਾਰੇ ਸਮਝਣਾ ਵੀ ਬਹੁਤ ਜ਼ਰੂਰੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਤੰਡ ਇੱਕ ਇੱਕ ਪਦ ਨੂੰ ਵਿਸ਼ੇਸ਼ ਕਰਕੇ ਖੋਲਦੇ। ਜਿਵੇਂ ਮਨ ਹੈ, ਮਨ ਕੀ ਹੈ, ਖੋਲਣਾ ਉਹਨੂੰ ਵੀ ਮਨ ਕੀ ਹੁੰਦਾ। ਬੁੱਧ ਕੀ ਹੈ, ਮਨ ਦੀਆਂ ਬਿਰਤੀਆਂ ਕੀ ਨੇ, ਤੇ ਤਿੰਨ ਸਰੀਰ ਕਿਹੜੇ ਕਿਹੜੇ ਨੇ, ਸਥੂਲ ਸਰੀਰ ਹੈ, ਸੂਖਮ ਸਰੀਰ ਹੈ, ਕਾਰਨ ਸਰੀਰ ਹੈ। ਹਰ ਵੇਲੇ ਅਸੀਂ ਕਹਿੰਦੇ ਮੇਰਾ ਮਨ ਦੁਖੀ ਹੈ, ਮੇਰਾ ਮਨ ਸੁਖੀ ਹੈ, ਮੇਰਾ ਮਨ ਅਜੇ ਬੜਾ ਖੁਸ਼ ਹੈ, ਮੇਰਾ ਮਨ ਉਦਾਸ ਹੈ। ਇਹ ਤਾਂ ਬਾਰ-ਬਾਰ ਪੜ੍ਹਦੇ ਹਾਂ, ਪਰ ਕਦੇ ਮਨ ਬਾਰੇ ਸਮਝਿਆ ਨਹੀਂ ਮਨ ਹੈ ਕੀ। ਗੁਰਬਾਣੀ ਦੇ ਆਧਾਰਿਤ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ, ਇਹ ਬਾਤਾਂ ਬੜੀ ਸਹਿਜ ਨਾਲ ਖੁੱਲ੍ਹਦੀਆਂ ਨੇ। ਸੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਉਦਾਹਰਨਾਂ ਦਿੱਤੀ। ਕਹਿਣ ਲੱਗੇ ਖਾਲਸਾ ਜੀ, ਬਾਤ ਇਹ ਹੈ ਵੀ ਜਿਹੜਾ ਕਰਮ ਪੈਦਾ ਕਿਵੇਂ ਹੁੰਦਾ ਹੈ, ਕਰਮ ਦੀਆਂ ਕਿਸਮਾਂ ਕੀ ਨੇ। ਜਿਵੇਂ ਤਿੰਨ ਚੀਜ਼ਾਂ ਇਕੱਠੀਆਂ ਹੋ ਕੇ ਕਹਿੰਦੇ ਪਾਤਰ ਬਣਦਾ ਹੈ, ਵੀ ਉਹ ਫਿਰ ਵਰਤਣ ਦਾਣੇ ਧਾਰਨ ਵਾਸਤੇ ਵਸਤੂ ਸੰਭਾਲਣ ਦੀ ਸਮਰੱਥਾ ਉਹਦੇ 'ਚ ਹੋ ਜਾਂਦੀ। ਮਿਸਾਲ ਦੇ ਤੌਰ ਤੇ ਦਾਣੇ ਲਓ, ਅਨਾਜ ਅੱਗੇ ਭੜੋਲਿਆਂ 'ਚ ਪਾ ਕੇ ਰੱਖਦੇ ਸੀ, ਬਰਤਨਾਂ 'ਚ ਪਾ ਕੇ ਰੱਖਦੇ ਸੀ। ਆਕਾਸ਼ ਦੇ ਵਿੱਚ ਦਾਣੇ ਰੱਖੀਏ, ਟਿਕ ਨਹੀਂ ਸਕਦੇ। ਜ਼ਮੀਨ ਦੇ ਉੱਤੇ ਰੱਖੀਏ, ਥੋੜੇ ਸਮੇਂ ਤੋਂ ਬਾਅਦ ਦਾਣੇ ਗਲ ਜਾਣਗੇ। ਪਾਣੀ 'ਚ ਰੱਖੀਏ, ਗਲ ਜਾਣਗੇ। ਪਰ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਕੇ ਘੜਾ ਬਣਦਾ ਹੈ, ਉਹਦੇ ਵਿੱਚ ਬੜੀ ਦੇਰ ਤੱਕ ਦਾਣੇ ਰੱਖੇ ਜਾ ਸਕਦੇ। ਭਾਈ ਸਾਹਿਬ ਕਹਿੰਦੇ ਵੀ ਸਤੋ ਗੁਣ ਜਿਹੜਾ, ਦੇਖੋ ਤਿੰਨ ਗੁਣ ਹਰ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹਾਂ ਤੇ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਤ੍ਰਿਹ ਗੁਣ ਤੇ ਪ੍ਰਭਿੰਨ, ਤਿੰਨ ਗੁਣ ਜਿਹੜੇ ਰਾਜਗੁਣ, ਸਤਗੁਣ, ਤਮਗੁਣ ਦੀ ਬਾਤ ਹੈ। ਤੇ ਇਹ ਜਿਹੜੇ ਗੁਣ ਹਨ, ਇਹ ਇਸੇ ਤਰ੍ਹਾਂ ਕਹਿੰਦੇ ਸਮਝੋ ਵੀ ਜਿਹੜਾ ਸਤੋ ਗੁਣ ਹੈ ਉਹ ਮਿੱਟੀ ਦੀ ਨਿਆਈ ਸਮਝੋ, ਮਿੱਟੀ ਦਾ ਢੇਲਾ ਹੈ। ਤੇ ਅਗਿਆਨ ਰੂਪ ਜਲ ਹੈ, ਅਗਿਆਨ ਰੂਪ ਜਲ ਰਾਸ। ਇਹ ਕਥਾ ਸੁਣਿਆ ਨੇ ਪਿੱਛੇ, ਆਪ ਜੀ ਨੂੰ ਸਿਮਰਤੀ ਚ ਲਿਆ ਰਿਹਾ। ਤੇ ਆਕਾਸ਼ ਦਾ ਪ੍ਰਤੀਬਿੰਬ, ਕਹਿੰਦੇ ਸਤੋ ਗੁਣ ਮਿੱਟੀ ਦੀ ਨਿਆਈ, ਅਗਿਆਨ ਜਿਹੜਾ ਹੈ ਇਹ ਪਾਣੀ ਦੀ ਨਿਆਈ, ਜਿਹੜਾ ਚੇਤਨ ਹੈ ਉਹਦਾ ਆਭਾਸ, ਚੇਤਨ ਦਾ ਪ੍ਰਤੀਬਿੰਬ। ਇਹ ਤਿੰਨੇ ਮਿਲ ਕੇ ਇਹਦੇ ਵਿੱਚ ਸਮਰੱਥਾ ਹੁੰਦੀ ਹੈ
ਜਨਮਾਂ ਜਨਮਾਤਰਾਂ ਦੇ ਕਰਮ ਬੀਜ ਨੂੰ ਸੰਭਾਲਣ ਦੀ ਇਹ ਭਾਂਡਾ ਬਣਿਆ ਇੱਕ ਜਿਹਦੇ ਵਿੱਚ ਕਰਮ ਟਿਕੇ ਰਹਿੰਦੇ ਨੇ। ਜਿਹੜਾ ਕਹਿੰਦੇ ਆ ਜੀ ਕੋਈ ਪੂਰਬਲਾ ਮਾੜਾ ਕਰਮ ਸੀ, ਕੋਈ ਪੂਰਬਲਾ ਚੰਗਾ ਕਰਮ ਸੀ, ਉਹ ਬੀਜ ਅੰਦਰ ਇਸ ਤਰ੍ਹਾਂ ਟਿਕਦੇ ਆ। ਇਹਨਾਂ ਚੋਂ ਇੱਕ ਨਾ ਹੋਵੇ, ਮਿੱਟੀ ਨਾ ਹੋਵੇ ਘੜਾ ਤਾਂ ਵੀ ਨਹੀਂ ਬਣਨਾ, ਪਾਣੀ ਨਾ ਹੋਵੇ ਘੜਾ ਤਾਂ ਵੀ ਨਹੀਂ ਬਣਨਾ, ਆਕਾਸ਼ ਨਾ ਹੋਵੇ ਘੜੇ ਦਾ ਪ੍ਰਤੀਬਿੰਬ ਫੇਰ ਨਹੀਂ ਪੈਣਾ। ਇਹ ਤਿੰਨੇ ਮਿਲ ਕੇ ਬਣਦੇ ਆ। ਇਸੇ ਤਰ੍ਹਾਂ ਇਹ ਅੰਦਰ ਦਾ ਭਾਂਡਾ ਜਿਹਦੇ ਕਰਮ ਬੀਜ ਹਨ, ਤਿੰਨੇ ਮਿਲ ਕੇ ਸੁਧਾਰੀ ਜਾਂਦੇ ਹਨ। ਤਿੰਨੋ ਨਿਜ ਕਰਨ ਹੋਇ ਕਰਨਿਹਾਰੇ, ਜੇ ਤਿੰਨਾਂ ਨੂੰ ਵੱਖਰੇ ਵੱਖਰੇ ਕਰ ਦਈਏ ਤਰਨ ਪਦਾਰਥ ਸ਼ਕਤ ਨੇ ਤਾਰੇ, ਫਿਰ ਪਦਾਰਥ ਦੇ ਸੰਭਾਲਣ ਦੀ ਸਮਰੱਥਾ ਨਹੀਂ। ਜਿਵੇਂ ਆਪ ਜੀ ਪਹਿਲਾਂ ਸੁਣ ਕੇ ਹਟੇ ਹੋ, ਤਿਸ ਪ੍ਰਕਾਰ ਇੱਕ ਆਤਮ ਜੋਏ। ਤੇ ਹੁਣ ਉਹ ਕੱਲੇ ਕੱਲੇ ਦੀ ਵਿਆਖਿਆ ਕਰਨਗੇ। ਇਸੇ ਤਰ੍ਹਾਂ ਜੇ ਕੱਲੀ ਆਤਮਾ ਕਹੀਏ, ਕੱਲੀ ਆਤਮਾ ਵੀ ਕਰਮ ਨਹੀਂ ਧਾਰਨ ਕਰ ਸਕਦੀ ਹੈ। ਕਰਮ ਧਰੈ ਸਮਰੱਥ ਨਹਿ ਹੋਏ, ਕਰਮ ਧਾਰਨ ਨੂੰ ਕੱਲੀ ਆਤਮਾ ਸਮਰੱਥ ਨਹੀਂ ਹੈ। ਕੇਵਲ ਅੰਤః ਕਰਨ ਨਾ ਧਾਰੇ, ਕੇਵਲ ਅੰਤਸ਼ਕਰਨ ਵੀ ਨਹੀਂ ਧਾਰਨ ਕਰ ਸਕਦਾ। ਇਕੱਲਾ ਅੰਤਸ਼ਕਰਨ ਵੀ ਕਰਮ ਨੂੰ ਸੰਭਾਲ ਨਹੀਂ ਸਕਦਾ। ਤਿਮ ਅਗਿਆਨ ਨਾ ਤਰਹਿ ਨਿਵਾਰੇ, ਇਕੱਲਾ ਅਗਿਆਨ ਵੀ ਨਹੀਂ ਸੰਭਾਲ ਸਕਦਾ। ਆਤਮਾ, ਅਗਿਆਨ, ਅੰਤਸ਼ਕਰਨ, ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਕੇ ਕਰਮ ਬੀਜ ਨੂੰ ਸੰਭਾਲਦੀਆਂ ਹਨ। ਤਿੰਨ ਕੋ ਸੰਯੋਗ ਜਬ ਹੋਏ, ਤਿੰਨਾਂ ਦਾ ਸੰਯੋਗ ਦਾ ਅਰਥ ਹੈ ਮਿਲਣਾ। ਇਹ ਤਾਂ ਆਮ ਭਾਸ਼ਾ ਦਾ ਸ਼ਬਦ ਹੈ। ਕਹਿੰਦੇ ਜੀ ਅਜੇ ਬੱਚਿਆਂ ਦਾ ਕਿਤੇ ਸੰਯੋਗ ਨਹੀਂ ਬਣਿਆ, ਸ਼ਾਦੀ ਕਰਨੀ ਹੈ ਪਰ ਸੰਯੋਗ ਨਹੀਂ ਬਣਿਆ, ਮੇਲ ਨਹੀਂ ਬਣਿਆ ਕਿਤੇ। ਤਿੰਨਾਂ ਦਾ ਜਦੋਂ ਮਿਲਣਾ ਹੁੰਦਾ ਹੈ, ਕਰਮ ਧਰਨ ਸਮਰੱਥ ਹੈ ਸੋਏ, ਫਿਰ ਉਹ ਕਰਮ ਧਾਰਨ ਨੂੰ ਸਮਰੱਥ ਹੋ ਜਾਂਦਾ ਹੈ। ਅੰਤః ਕਰਨ ਰੂਪ ਤਰਕਸ਼ ਮਹਿ, ਤੇ ਹੁਣ ਉੱਥੇ ਹੀ ਲਿਆਉਂਦੇ ਨੇ ਗੱਲ। ਤਰਕਸ਼ ਪੱਥੇ ਨੂੰ ਕਹਿੰਦੇ ਨੇ, ਜਿੱਥੋਂ ਸ਼ੁਰੂ ਕੀਤੀ ਸੀ ਭਾਈ ਦਇਆ ਸਿੰਘ ਨੇ ਗੱਲ। ਕਹਿੰਦੇ ਜਿਵੇਂ ਤਰਕਸ਼ ਦੇ ਵਿੱਚ, ਪੱਥੇ ਦੇ ਵਿੱਚ ਤੀਰ ਹਨ, ਕਰਮ ਬਾਣ ਵਾਸਾ ਨਿਤ ਪ੍ਰਤਲ ਹੈ। ਇਹ ਸਮਝ ਲਓ ਵੀ ਪੱਥੇ ਰੂਪ ਅੰਤਸ਼ਕਰਨ, ਪੱਥੇ ਦੇ ਥਾਂ ਤੇ ਅੰਤःਕਰਨ ਸਮਝੋ। ਪੱਥੇ ਵਿੱਚ ਤੀਰਨ, ਅੰਤਸ਼ਕਰਨ ਵਿੱਚ ਕਰਮਨ, ਬਸ ਇੰਨੀ ਫਰਕ ਹੈ। ਇਹ ਦ੍ਰਿਸ਼ਟਾਂਤ ਦੇ ਰਹੇ ਨੇ ਭਾਈ ਸਾਹਿਬ। ਜੋ ਤਰਕਸ ਤੇ ਤੀਰ ਨਕਾਰਾ, ਫਿਰ ਬੋਲੇ ਜੋ ਇਹ ਪੰਕਤੀ। ਜੋ ਤਰਕਸ ਤੇ ਤੀਰ ਨਕਾਰਾ, ਨਹੀਂ, ਉਹ ਇੱਕ ਪੰਕਤੀ ਉੱਪਰ ਲਓ। ਕਰਮ ਬਾਣ ਵਾਸਾ ਨਿਤ ਪ੍ਰਤਲ ਹੈ। ਉਹਦੇ ਵਿੱਚ ਕਰਮ ਰੂਪ ਬਾਣ ਅੰਤਸ਼ਕਰਨ ਵਿੱਚ ਰਹਿੰਦੇ ਨੇ। ਤਿੰਨੇ ਪ੍ਰਕਾਰ ਦੇ ਕਿਸ ਪ੍ਰਕਾਰ ਨੂੰ, ਉਹਦੀ ਹੁਣ ਵਿਆਖਿਆ ਕਰਨਗੇ। ਜੋ ਤਰਕਸ ਤੇ ਤੀਰ ਨਕਾਰਾ, ਮੈਂ ਬੇਨਤੀ ਕਰਦੇ ਹਾਂ ਵੀ ਧਿਆਨ ਰੱਖਣਾ। ਸੰਚਿਤ ਕਿਰੇਮਾਨ ਪ੍ਰਾਲਬਧ, ਇਹ ਤਿੰਨਾਂ ਦੀ ਵਿਆਖਿਆ ਵਾਸਤੇ ਦ੍ਰਿਸ਼ਟਾਂਤ ਸ਼ੁਰੂ ਹੋਇਆ ਹੈ। ਕਹਿੰਦੇ ਜਿਹੜਾ ਤਰਕਸ਼ ਦੇ ਵਿੱਚੋਂ, ਪੱਥੇ ਦੇ ਵਿੱਚੋਂ ਇੱਕ ਤੀਰ ਕੱਢਿਆ ਸੂਰਮੇ ਨੇ, ਤੇ ਉਸ ਤੀਰ ਨੂੰ ਕੱਢ ਕੇ ਚਿੱਲਾ ਚਾੜਿਆ ਹੈ। ਐਜ ਧਨਕ ਛੁੱਟ ਤਲਿਓ ਅਗਾਰਾ, ਐਨ ਖਿੱਚ ਕੇ ਤੀਰ ਸੂਰਮੇ ਨੇ ਛੱਡ ਦਿੱਤਾ, ਤੀਰ ਚਲਾ ਦਿੱਤਾ। ਤੇ ਤਰਕਸ਼ ਦੇ ਵਿੱਚੋਂ ਹੀ ਕੱਢਿਆ ਨਾ, ਪੱਥੇ ਦੇ ਵਿੱਚੋਂ ਕੱਢਿਆ ਤੀਰ। ਜਿਹੜਾ ਤੀਰ ਚਿੱਲਾ ਚਾੜਿਆ, ਤੀਰ ਚਲਾ ਦਿੱਤਾ, ਅਕਸਰ ਹੈ ਤਾਂ ਪੱਥੇ ਦੇ ਵਿੱਚੋਂ ਹੀ ਸੀ ਨਾ। ਕਹਿੰਦੇ ਜਿਸ ਵੇਲੇ ਉਹ ਚਲਾ ਦਿੱਤਾ ਹੈ, ਆਪਣੋ ਬੇਗ ਸੋ ਸਭੀ ਕਰਕੇ, ਤੇ ਜਿੰਨੇ ਸ਼ਕਤੀ ਦੇ ਨਾਲ ਉਹਨੂੰ ਤੀਰ ਨੂੰ ਖਿੱਚਿਆ ਸੀ, ਜਿੰਨੀ ਕਿਸੇ ਦੇ ਬਾਹਾਂ ਦਾ ਵੱਲ ਹੈ, ਉਨੀ ਦੂਰ ਜਾ ਕੇ ਤੀਰ ਨੇ ਡਿੱਗਣਾ ਹੈ। ਤੀਰ ਚਲਾਉਣ ਦੇ ਵਿੱਚ ਸੰਸਾਰ ਭਰ ਦੇ ਸੂਰਮੇ, ਉਹਨਾਂ ਦੇ ਨਾਮ ਗਿਣੇ ਜਾਂਦੇ ਹੈ। ਅਰਜਨ ਨੂੰ ਬੜਾ ਧਨੁਸ਼ਧਾਰੀ ਮੰਨਿਆ ਕਿ ਜੀ ਉਹਨੇ ਤੇਲ ਦੇ ਵਿੱਚ ਵੇਖ ਕੇ ਮੱਛੀ ਦੀ ਅੱਖ ਵਿੱਚ ਤੀਰ ਮਾਰ ਦਿੱਤਾ ਸੀ। ਉਹਦੇ ਗੁਰੂ ਦ੍ਰੋਣਾਚਾਰੀਆ ਨੇ ਸਿਖਾਲੇ ਹੀ ਇਸ ਤਰੀਕੇ ਦੇ ਨਾਲ ਸੀ। ਜਿਸ ਵੇਲੇ ਲਕਸ਼ ਰੱਖਿਆ ਵੀ ਉਹ ਸਾਹਮਣੇ ਬਿਰਸ਼ ਹੈ, ਬਿਰਸ਼ ਦੇ ਆਲਣੇ ਦੇ ਵਿੱਚ ਟਹਿਣੀ ਦੇ ਉੱਤੇ ਪੰਛੀ ਹੈ। ਕਹਿੰਦੇ ਲਕਸ਼ ਹੈ ਤੁਹਾਡਾ। ਸਾਰੇ ਸੂਰਮਿਆਂ ਨੂੰ ਕੱਲੇ ਕੱਲੇ ਨੂੰ ਪੁੱਛਿਆ ਵੀ ਤੀਰ ਚਲਾਉਣਾ ਨਹੀਂ। ਦ੍ਰੋਣਾਚਾਰੀਆ ਨੇ ਆਪਣੇ ਸਾਰੇ ਸ਼ਿਸ਼ਾਂ ਨੂੰ ਕਿਹਾ ਲਕਸ਼ ਵੇਖ। ਕੱਲੇ ਕੱਲੇ ਨੂੰ ਪੁੱਛਿਆ ਕੀ ਦਿਸਦਾ ਹੈ? ਕਿਸੇ ਨੇ ਕਿਹਾ ਗੁਰੂ ਜੀ ਦਰਖਤ ਦਿਸਦਾ ਹੈ, ਉਹਦੇ ਟਹਿਣੇ ਦਿਸਦੇ ਨੇ। ਤੇ ਉਹਨੇ ਸਿਰ ਮਾਰਿਆ, ਨਹੀਂ ਤੂੰ ਅਜੇ ਯੋਗ ਨਹੀਂ ਇਸ ਤੇ। ਜਦੋਂ ਅਰਜਨ ਦੀ ਵਾਰੀ ਆਈ
ਕਹਿੰਦੇ ਬੇਟਾ ਅਰਜਨ ਕੀ ਦਿਸਦਾ ਹੈ? ਕਹਿੰਦਾ ਜੀ ਮੈਨੂੰ ਕੇਵਲ ਪਕਸ਼ੀ ਦੀ ਅੱਖ ਦਿਖਦੀ ਹੈ, ਔਰ ਕੁਝ ਵੀ ਨਹੀਂ ਦਿਸਦਾ। ਜੇ ਕਹੋ ਮਾਰਾਂ ਤੀਰ ਉਹਦੇ ਵਿੱਚ। ਸੂਰਮੇ ਜਿਹੜੇ ਨੇ ਇਹਨਾਂ ਵਿੱਚ ਇਤਿਹਾਸ ਦੇ ਪੰਨੇ ਬੋਲ ਕੇ ਦੱਸਦੇ ਆ, 6ਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਰੂਪ ਹੋ ਕਰਕੇ ਗੁਰੂ ਨਾਨਕ ਨੇ, 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਹੋ ਕਰਕੇ। ਇਹ ਦੋ ਜਾਮਿਆਂ ਦੇ ਵਿੱਚ ਜਿਹੜਾ ਜੇ ਤੀਰ ਚਲਾਏ ਹੈ, ਆਪ ਜੀ ਦੀ ਕਮਾਨ ਜਿਹੜੀ ਆ 9 ਟੰਕ ਦੀ ਮੰਨੀ ਸੀ, 9 ਟੰਕ ਦੀ। 9 ਟਾਂਕ ਪੁਰਾਣਾ ਤੋਲ ਨਾਪ ਸੀ ਇਹ। 25 ਸ਼ੇਰ ਪੁਰਾਣੇ ਕੱਚੇ ਸ਼ੇਰ ਹੁੰਦੇ ਸੀ, 25 ਸ਼ੇਰ ਵਜਨ ਜਿਹੜਾ ਹੈ ਉਹ ਸਾਸੰਗੀ ਤੀਰ ਦੇ ਨਾਲ ਲਟਕਾ ਕੇ ਨਾ ਧਨੁਸ਼ ਦੇ ਨਾਲ, ਫਿਰ ਸੂਰਮੇ ਨੂੰ ਕਹਿਣਾ ਵੀ ਹੁਣ ਖਿਚਾਣ ਦੇਖ ਪੂਰੀ ਸਹੀ ਆਉਣੀ ਚਾਹੀਦੀ ਹੈ, ਇਹ ਵਜਨ ਹੇਠਾਂ ਨੂੰ ਨਾ ਤੇਰੀਆਂ ਬਾਹਾਂ ਨੂੰ ਦੱਬੇ। ਮਸਾਂ ਕੋਈ ਸੂਰਮਾ 25 ਸ਼ੇਰ ਤੱਕ ਪਹੁੰਚਦਾ ਸੀ। ਉਹਨੂੰ ਕਹਿੰਦੇ ਸੀ ਇੱਕ ਟਾਂਕ ਦੀ ਕਮਾਨ ਹੈ। ਆਪ ਹੈਰਾਨ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੀ 9 ਟਾਂਕ ਦੀ ਕਮਾਨ ਸੀ, 125 ਸ਼ੇਰ ਬਣਦਾ ਹੈ। ਇੰਨਾ ਵਜਨ ਲਟਕਾ ਕੇ ਫਿਰ ਨਿਸ਼ਾਨਾ ਸਹੀ ਲਾਉਂਦੇ ਸੀ ਮਹਾਰਾਜ। ਕਹਿਣ ਤੋਂ ਭਾਵ ਜਿੰਨਾ ਬਾਹਾਂ ਵਿੱਚ ਬਲ ਹੋਵੇ ਉਨਾ ਤੀਰ ਜਿਹੜਾ ਖਿਚਾਣ ਹੱਥ ਅਡੋਲ ਰਹਿੰਦੇ ਹੈ। ਜਿਵੇਂ ਆਪ ਜੀ ਨੇ ਇਤਿਹਾਸ ਸੁਣਿਆ ਹੋਊਗਾ, ਸੂਬਾ ਸਰਹੰਦ ਵਜ਼ੀਦ ਖਾਂ ਤੇ ਜ਼ਬਰਦਸਤ ਖਾਂ, ਇਹ ਸਾਰੇ ਖਾਨ ਬਹਾਦਰ ਬੈਠੇ, ਇੱਕ ਬੜਾ ਦਰਖਤ ਸੀ ਬੋੜ ਦਾ ਦਰਖਤ, ਉਹਦੇ ਹੇਠ ਬੈਠੇ ਸ਼ਤਰੰਜ ਖੇਡਦੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਲੇ ਦੇ ਉੱਤੇ ਟਹਿਲਦੇ ਸੀ। ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਦ੍ਰਿਸ਼ਟੀ ਸੀ, ਆਮ ਰੂਹਾਨੀਅਤ ਅੱਖ ਦੀ ਨਹੀਂ ਮੈਂ ਗੱਲ ਕਰਦਾ, ਆਮ ਜਿਹੜੀ ਨਿਗਾਹ ਸੀ ਆਮ ਮਨੁੱਖਾਂ ਵਰਗੀ ਨਹੀਂ ਸੀ। ਬਹੁਤ ਦੂਰ ਤੱਕ ਮਹਾਰਾਜ ਸਾਹਿਬ ਜੀ ਦੀ ਨਿਗਾਹ ਜਿਹੜੀ ਸੀ ਸਾਫ਼ ਨਜ਼ਰ ਆਉਂਦਾ ਸੀ, ਇੰਨੀ ਤੀਕਸ਼ਣ ਨਿੱਖੀ ਸੀ ਮਹਾਰਾਜ ਸਾਹਿਬ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਸਾਹਮਣੇ ਦੇਖਿਆ ਵੀ ਇਹ ਸ਼ਤਰੰਜ ਖੇਡਦੇ। ਚੋਜੀ ਪ੍ਰੀਤੋ ਨੇ ਐਸਾ ਚੋਜ ਕੀਤਾ, ਆਨੰਦਗੜ੍ਹ ਕਿਲੇ ਦੇ ਉੱਤੇ ਮਹਾਰਾਜ ਸਾਹਿਬ ਬੈਠੇ ਸੀ, ਆਪਣੇ ਪੱਥੇ ਦੇ ਵਿੱਚੋਂ ਤੀਰ ਕੱਢਿਆ। ਭਾਈ ਦਇਆ ਸਿੰਘ ਨੇ ਹੈਰਾਨ ਹੋ ਗਏ ਵੀ ਇਹ ਕੀ ਗੱਲ ਹੈ, ਘੇਰਾ ਪਾ ਕੇ ਬੈਠੇ ਸੀ ਇਹ। ਤੇ ਚਿੱਲਾ ਚਾੜ ਦਿੱਤਾ, ਲਕਸ਼ ਵੇਧਿਆ। ਭਾਈ ਦਇਆ ਸਿੰਘ ਵੀ ਹੈਰਾਨ, ਦਿਸਦਾ ਮੂਰੇ ਕੁਝ ਨਹੀਂ, ਤੀਰ ਕਿੱਥੇ ਮਾਰਨ ਲੱਗੇ ਮਹਾਰਾਜ। ਤੇ ਮੀਲਾਂ ਬੱਧੀ ਫਾਸਲਾ ਹੈ, ਤੇ ਮਹਾਰਾਜ ਸਾਹਿਬ ਜੀ ਨੇ ਨਿਸ਼ਾਨਾ ਵੇਧ ਕੇ 2 ਮੀਲ ਤੇ 2 ਕੋਹਾਂ ਤੇ ਇਹ ਤੀਰ ਛੱਡ ਦਿੱਤਾ, ਜਿਵੇਂ ਸੱਪ ਫਰਾਟੇ ਮਾਰਦਾ ਆਉਂਦਾ ਹੁੰਦਾ ਹੈ, ਐ ਸੂੰਕਦਾ ਆ ਰਿਹਾ ਹੈ। ਤੇ ਇੰਨੇ ਨੂੰ ਤਾਂ ਹੋ ਗਿਆ ਸੀ ਸਾਰਾ ਕੁਝ, ਦੱਸਣ ਨੂੰ ਦੇਰ ਲੱਗਦੀ ਹੈ ਜਿਆਦੇ। ਤੀਰ ਨੇ ਤਾਂ ਆਪਣਾ ਕੰਮ ਇੰਨੇ ਚ ਕਰਤਾ। ਜਿਹੜੇ ਪਲੰਗੇ ਤੇ ਬੈਠੇ ਸ਼ਤਰੰਜ ਖੇਡਦੇ ਸੀ, ਉਸ ਪਾਵੇ ਦੇ ਵਿੱਚ ਆ ਕੇ ਤੀਰ ਲੱਗਿਆ, ਲੱਕੜ ਪਾਟੀ, ਪਾਵਾ ਪਾਟਿਆ ਤੇ ਖੜਾਕ ਹੋਇਆ, ਤੇ ਖਾਨ ਬਹਾਦਰ ਪਲੰਗੇ ਤੋਂ ਡਿੱਗਣ ਲੱਗੇ ਵੀ ਮਰ ਗਏ, ਵੀ ਕਿਆਮਤ ਆ ਗਈ। ਮਸਾਂ ਸੰਭਾਲਿਆ ਸੂਬੇ ਸਰਹੰਦ ਨੇ ਆਪਣੇ ਆਪ ਨੂੰ। ਕੀ ਹੋਇਆ ਦੇਖਿਆ, ਕਹਿੰਦੇ ਵੀ ਤੀਰ ਕਿੱਥੋਂ ਆਇਆ। ਕੁਛ ਕਹਿੰਦੇ ਵੀ ਖੁਦਾ ਦੇ ਫਰਿਸ਼ਤੇ ਦਾ ਤੀਰ ਆ ਗਿਆ, ਉੱਥੇ ਇਤਿਹਾਸ ਦੇ ਵਿੱਚ ਹੀ ਲਿਖਿਆ। ਉਹ ਕਹਿੰਦੇ ਧਿਆਨ ਨਾਲ ਦੇਖੋ ਵੀ ਕਿਤੇ ਆਨੰਦਪੁਰ ਵਾਲੇ ਫਰਿਸ਼ਤੇ ਦਾ ਹੀ ਨਾ ਹੋਵੇ। ਖੁਦਾ ਨੇ ਕਾਹਦੇ ਲਈ ਤੀਰ ਮਾਰਨਾ ਸੀ। ਉਹ ਕੱਢਣ ਲੱਗੇ, ਕਹਿੰਦੇ ਨਿਕਲਿਆ ਬਹੁਤ ਔਖਾ ਤੀਰ, ਜ਼ੋਰ ਦੀ ਲਾ ਮਾਰਿਆ ਉਸ ਤੀਰ ਪਹਿਚਾਨ ਲਿਆ। ਸੂਬਾ ਸਰਹੰਦ ਦਾ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ। ਜ਼ਬਰਦਸਤ ਕਹਿੰਦਾ ਇਹ ਹੋ ਨਹੀਂ ਸਕਦਾ। ਕਹਿੰਦੇ ਕਿਉਂ ਨਹੀਂ ਹੋ ਸਕਦਾ? ਕਹਿੰਦੇ ਗੁਰੂ ਤਾਂ ਕਿਲੇ ਦੇ ਵਿੱਚ ਹੈ, ਐਡੀ ਦੂਰ ਤੀਰ ਆ ਹੀ ਨਹੀਂ ਸਕਦਾ। ਕਹਿਣ ਲੱਗੀ ਵੀ
ਤੀਰ ਗੁਰੂ ਗੋਬਿੰਦ ਸਿੰਘ ਦਾ। ਉਹਨਾਂ ਨੇ ਵੀ ਖੁਰਦ ਬੀਨ ਲਾ ਕਰਕੇ ਨਾ ਦੂਰ ਤੋਂ ਦੇਖਿਆ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਐਨ ਵੀਰ ਰਸ ਉਕਣੇ ਬੈਠੇ, ਤੀਰ ਚਲਾ ਕੇ ਜੇ ਉਕਣੀ ਬੈਠੇ ਨੇ ਮਹਾਰਾਜ। ਖਾਨ ਬਹਾਦਰ ਕਹਿੰਦੇ ਲਓ, ਕਹਿੰਦੇ ਆਓ ਦੇਖੋ, ਦੂਰਬੀਨ ਹੀ ਦੇਖ ਰਿਹਾ। ਮਹਾਰਾਜ ਸੁਭਾਵ ਕੀ ਦੇਖ ਰਹੇ ਨੇ। ਤੇ ਹੁਣ ਵਿਚਾਰ ਕਰਨ ਲੱਗੇ, ਕਹਿੰਦੇ ਦੇਖੋ ਗੁਰੂ ਕਹਿੰਦਾ ਕਰਾਮਾਤ ਨਹੀਂ ਵਿਖਾਉਣੀ ਚਾਹੀਦੀ। ਇਹ ਦੇਖੋ ਵੀ ਆ ਕਰਾਮਾਤ ਨਹੀਂ ਹੈ। ਮੀਲਾਂ ਬੱਧੀ ਤੀਰ ਦਾ ਆ ਜਾਣਾ ਤੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਰਾਮਾਤ ਤੋਂ ਬਿਨਾਂ ਆ ਜਾਵੇ। ਮਹਾਰਾਜ ਕਹਿੰਦੇ ਦਇਆ ਸਿੰਘ, ਹਾਂ ਮਹਾਰਾਜ ਕਹਿੰਦੇ ਇੱਕ ਜਲਦੀ ਦੇ ਕੇ ਕਾਗਜ਼ ਲਿਆ। ਉਕਣੇ ਬੈਠੇ ਨੇ ਪੋਜੀਸ਼ਨ 'ਚ, ਕਾਗਜ਼ ਲਿਆ ਜਲਦੀ ਦੇ ਕੇ। ਹੈਲੋ ਪਾਤਸ਼ਾਹ ਹਾਜ਼ਰ ਹੈ। ਸੱਚੇ ਪਾਤਸ਼ਾਹ ਇੱਕ ਕਮਰ ਕਸੇ ਦੇ ਨਾਲ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਬੇਨਤੀ ਕਰਦਾ। ਇੱਕ ਕਲਮਦਾਨ, ਉਹ ਆਮ ਕਲਮਾਂ ਇਹੋ ਜਿਹੀਆਂ ਨਹੀਂ ਹੈਗੀਆਂ ਦੁਆਤਾਂ, ਜੇ ਮੈਂ ਉਹ ਵੇਖੀ ਹੈ ਉੱਥੇ ਇੰਗਲੈਂਡ ਪਈ ਹੈ। ਉਹ ਉੱਪਰ ਤੇ ਇਸ ਤਰ੍ਹਾਂ ਕਲਮ ਐਸੇ ਤਰੀਕੇ ਨਾਲ ਕਿਸੇ ਕਾਰੀਗਰ ਨੇ ਪਤਾ ਨਹੀਂ ਕਿੰਨੇ ਸਾਲ ਲਾ ਕੇ ਬਣਾਈ ਹੋਈ ਹੈ। ਸ਼ਾਹੀ ਨਹੀਂ ਡਿੱਗ ਸਕਦੀ ਬਾਹਰ, ਜਦੋਂ ਖੋਲੋ ਉਹਦੇ ਵਿੱਚੋਂ ਹੀ ਕਲਮ ਨਿਕਲਦੀ ਹੈ। ਦੋਨੇ ਕੰਮ ਕਰਦੀ ਹੈ, ਡੱਟ ਦਾ ਕੰਮ ਵੀ ਕਰਦੀ ਹੈ, ਕਲਮ ਵੀ ਵਿੱਚ ਹੈ। ਕਮਰ ਕਿਸੇ ਦੇ ਵਿੱਚ ਰਹਿੰਦੀ ਸੀ ਹਰ ਵੇਲੇ। ਮਹਾਰਾਜ ਇਹ ਨਹੀਂ ਸੀ ਕਹਿੰਦੇ ਵੀ ਆ ਲਿਆਈ ਕਲਮ ਚੱਕ ਕੇ, ਕਾਗਜ਼ ਮੰਗਾ ਲੈਂਦੇ। ਉਹ ਕਲਮਦਾਨ ਕੱਢੀ, ਮਹਾਰਾਜ ਨੇ ਫਾਰਸੀ ਦੀ ਬੈਂਤ ਲਿਖੀ, ਇਤਿਹਾਸ ਲਿਖਿਆ। ਫਿਰ ਉਹ ਕਾਗਜ਼ ਲੈ ਕੇ ਸਤਿਗੁਰਾਂ ਨੇ ਇੱਕ ਪੱਕਾ ਧਾਗਾ ਲੈ ਕੇ ਆਪਣੇ ਹੱਥੀਂ ਮੜਿਆ ਚੰਗੀ ਤਰ੍ਹਾਂ, ਵੀ ਕਾਗਜ਼ ਜਿਹੜਾ ਹੈ ਤੀਰ ਤੋਂ ਅਲੱਗ ਨਾ ਹੋ ਜਾਵੇ। ਜਦੋਂ ਦੇਖਿਆ ਵੀ ਤੀਰ ਤੋਂ ਹੁਣ ਅਲੱਗ ਨਹੀਂ ਹੋਣ ਵਾਲਾ, ਪੂਰਾ ਮੜ ਕੇ ਦੂਸਰਾ ਤੀਰ ਫੇਰ ਚਲਾਤਾ ਸਤਿਗੁਰਾਂ ਨੇ। ਇਹ ਤੀਰ ਫੇਰ ਪਲੰਘੇਰੀ 'ਚ ਨਹੀਂ ਮਾਰਿਆ, ਇਹ ਮਾਰਿਆ ਟਾਹਣ ਵਿੱਚ। ਤੇ ਤੀਰ ਗੂੰਜਦਾ ਆ ਰਿਹਾ, ਜਿਵੇਂ ਫੌਜੀ ਪੋਜੀਸ਼ਨਾਂ ਲੈ ਜਾਂਦੇ ਨੇ, ਤਾਂ ਫਿਰ ਪੋਜੀਸ਼ਨ ਲੈ ਕੇ ਆਉਣੇ ਨੇ ਉਸ ਵੇਲੇ। ਜਾਨ ਐਸੀ ਪਿਆਰੀ ਚੀਜ਼ ਹੈ। ਉਹ ਆ ਕੇ ਲੱਗਿਆ, ਖੜਾਕ ਹੋਇਆ ਬਹੁਤ। ਕਹਿੰਦੇ ਲਓ ਜੀ ਇੱਕ ਤੀਰ ਹੋਰ ਆ ਗਿਆ। ਉਹ ਕਹਿੰਦੇ ਵੀ ਆਪਣਾ ਬਚਾਅ ਕਰੋ, ਗੁਰੂ ਦੇ ਤੀਰ ਇੱਥੇ ਆਉਣ ਲੱਗੇ, ਦਾ ਮਤਲਬ ਹੁਣ ਆਪਣੀ ਜਾਨ ਖਤਰੇ 'ਚ ਹੈ। ਤੇ ਤੀਰ ਦੇ ਨਾਲ ਕੁਝ ਬੰਨਿਆ ਹੋਇਆ ਦੇਖਿਆ। ਕਹਿੰਦੇ ਵੀ ਇਸ ਤਰ੍ਹਾਂ ਕਰੋ ਵੀ ਤੀਰ ਲਿਆਓ ਕੱਢ ਕੇ। ਹੁਣ ਜਦੋਂ ਇਸ ਤਰ੍ਹਾਂ ਦਾ ਵਕਤ ਪੈ ਜਾਵੇ ਨਾ ਅਫਸਰਾਂ ਤੇ, ਇਹ ਸਿਪਾਹੀਆਂ ਨੂੰ ਮੂਹਰੇ ਕਰਦੇ ਹੁੰਦੇ ਨੇ, ਆਪ ਨਹੀਂ ਜਾਂਦੇ। ਫਿਰ ਇਹ ਸਿਪਾਹੀ ਨੂੰ ਚਾੜਿਆ, ਕਹਿੰਦੇ ਜਾ ਵੀ ਤੂੰ ਕੱਢ ਕੇ ਲੈ ਕੇ ਆ। ਉਹ ਵੀ ਵਿਚਾਰਾ ਕੰਬਦਾ ਜਾਂ ਚੜਿਆ ਵੀ ਤੀਰ ਕਿਤੇ ਮੇਰਾ ਭੋਗ ਨਾ ਪਾ ਦੇਵੇ, ਹੋਰ ਨਾ ਆ ਜਾਵੇ ਤੀਰ। ਨਿਕਲਿਆ ਨਾ ਇਕੱਲੇ ਤੋਂ, ਫਿਰ ਹੋਰ ਚਾੜੇ ਦੋ ਤਿੰਨ, ਬਹੁਤ ਔਖਾ ਤੀਰ ਕੱਢਿਆ। ਉਹਨੇ ਕਿਹਾ ਸੂਬਾ ਸਰਹੰਦ ਨੂੰ ਵੀ ਨਾਲ ਕੋਈ ਚਿੱਠੀ ਹੈ ਤੁਹਾਡੇ ਵਾਸਤੇ। ਕਹਿੰਦਾ ਲਿਆ ਸੰਭਾਲ ਕੇ। ਧਾਗੇ ਖੋਲੇ, ਚਿੱਠੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਹੱਥਾਂ ਦੀ ਲਿਖੀ ਹੋਈ ਚਿੱਠੀ। ਕਹਿਣ ਲੱਗੇ ਜੇ ਮੈਂ ਚਾਹੁੰਦਾ ਤੁਹਾਨੂੰ ਮਾਰਨਾ, ਡਰਦੇ ਕਿਉਂ ਤੁਸੀਂ? ਮੈਂ ਮੈਦਾਨੇ ਜੰਗ 'ਚ ਮਾਰੂ, ਮੈਂ ਸੂਰਮਾ। ਤੁਹਾਨੂੰ ਅਵੇਸਲੇ ਹੋਏ ਨੂੰ ਐਕਟ ਨਹੀਂ ਮੈਂ ਮਾਰਨ ਵਾਲਾ। ਜੇ ਚਾਹੁੰਦਾ ਤੁਹਾਨੂੰ ਮਾਰ ਸਕਦਾ ਸੀ। ਜਿਹੜਾ ਤੀਰ ਟਾਹਣ 'ਚ ਮਾਰਿਆ, ਜਿਹੜਾ ਤੁਹਾਡੇ ਪਾਅ ਵਿੱਚ ਮਾਰਿਆ, ਤੁਹਾਡੇ ਹਿੱਕ 'ਚ ਵੀ ਮਾਰ ਸਕਦਾ ਸੀ। ਸੂਬਾ ਸਰਹੰਦ, ਤੇਰੇ ਵਰਗੇ ਪਾਪੀਆਂ ਨੂੰ ਮੈਂ ਮਾਰ ਕੇ ਕਲਿਆਣ ਨਹੀਂ ਕਰਨੀ ਚਾਹੁੰਦਾ। ਤੂੰ ਤਾਂ ਨਰਕਾਂ 'ਚ ਜਾਣ ਵਾਲਾ, ਤੈਨੂੰ ਨਹੀਂ ਮਾਰਨਾ ਮੈਂ, ਤੈਨੂੰ ਤਾਂ ਮੇਰੇ ਸਿੰਘ ਹੀ ਮਾਰਨਗੇ ਆ ਕੇ। ਉਹਦੇ 'ਚ ਲਿਖਿਆ ਹੈ ਇਹ ਕਰਾਮਾਤ ਨਹੀਂ। ਤੁਸੀਂ ਜੋ ਕਹਿ ਰਹੇ ਹੋ ਨਾ ਵੀ ਕਰਾਮਾਤ ਹੈ, ਇਹ ਕਰਤਵ ਹੈ। ਮੈਂ ਸ਼ਸਤਰ ਵਿਦਿਆ ਦਾ ਅਭਿਆਸ ਹੀ ਏਕਣ ਕੀਤਾ ਹੈ। ਮੇਰਾ ਤੀਰ ਜਿੱਥੇ ਚਾਹੇ ਪਹੁੰਚ ਸਕਦਾ ਹੈ। ਇਸ ਕਰਕੇ ਇਹਨੂੰ ਕਰਾਮਾਤ ਮਤ ਸਮਝਣਾ। ਔਰ ਕਰਾਮਾਤ ਮੈਦਾਨੇ ਜੰਗ 'ਚ ਨਹੀਂ ਦਿਖਾਈ ਜਾਂਦੀ, ਕਰਤਵ ਦਿਖਾਏ ਜਾਂਦੇ ਨੇ। ਮਹਾਰਾਜ ਨੇ ਇਹ ਗੱਲਾਂ ਲਿਖ ਕੇ ਭੇਜੀਆਂ। ਉੱਥੇ ਫਿਰ ਜਿਹੜੀ ਦੁਸ਼ਮਣਾਂ ਨੇ ਵਡਿਆਈ ਕੀਤੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਸ਼ਰਧਾ ਹੋਈ ਅੰਦਰੋਂ ਸਿਪਾਹੀਆਂ ਦੇ ਮਨ 'ਚ ਵੀ। ਤੇ ਉਹਨਾਂ ਦੇ ਆਪ ਮੁਹਾਰੇ ਸ਼ਬਦ ਨਿਕਲੇ ਵੀ ਕੁਝ ਵੀ ਕਹੋ ਵੀ ਗੁਰੂ ਹੈ ਤਾਂ ਖੁਦਾ ਦਾ ਰੂਪ ਹੈ। ਦੇਖੋ ਜੇ ਮਾਰਨਾ ਚਾਹੁੰਦਾ ਮਾਰ ਸਕਦਾ ਸੀ। ਤੇ ਗੁਰੂ ਅਸੂਲ ਦਾ ਕਿੱਡਾ ਪੱਕਾ ਹੈ। ਕਹਿਣ ਤੋਂ ਭਾਵ ਕਿ ਤੀਰ ਦਾ ਚਲਾਉਣ ਵਾਲਾ ਕਿੰਨਾ ਉਸ ਨੂੰ ਖਿੱਚ ਕੇ ਚਲਾਉਂਦਾ ਹੈ, ਕਿੰਨੀਆਂ ਬਾਹਾਂ 'ਚ ਜਾਨ ਹੈ, ਓਨਾ ਤੀਰ ਚਲਿਆ ਜਾਂਦਾ ਹੈ।
ਮਹਾਂਪੁਰਖ ਕਥਾ ਦੇ ਗ੍ਰੰਥ ਪੜ੍ਹਾਉਂਦੇ, ਕਥਾ ਕਰਦੇ ਗੁਰੂ ਗ੍ਰੰਥ ਸਾਹਿਬ ਦੀ, ਵਿੱਚ ਕੋਈ ਨਾ ਕੋਈ ਇਹੋ ਜਿਹੀ ਗੱਲ ਸੁਣਾ ਦਿੰਦੇ ਸੀ ਜਿਹਦੇ ਨਾਲ ਦਿਮਾਗ ਨੂੰ ਥੋੜ੍ਹੀ ਜਿਹੀ ਰੈਸਟ ਮਿਲ ਜਾਂਦੀ ਸੀ। ਤੇ ਬਰੀਕ ਗੱਲ ਚੱਲਦੀ ਆ ਉਹਦੇ ਵਿੱਚ, ਨਾਲੇ ਇਸ ਦੇ ਨਾਲ ਮਿਲਦੀ ਗੱਲ ਹੋ ਗਈ ਗੁਰੂ ਕਾ ਜਾਸੀ, ਤੇ ਥੋੜਾ ਥੋੜਾ ਸਮਝ ਕੇ ਚੱਲੀਏ। ਥੋੜਾ ਜਿਹਾ ਔਖਾ ਕੰਮ ਹੈ ਜ਼ਿਆਦਾ। ਹੇਮਕੁੰਟ ਸਾਹਿਬ ਤਾਂ ਗਏ ਹੋਗੇ, ਤੁਹਾਡੇ ਵਿੱਚ ਕਈ ਗੁਰਮੁਖ ਗਏ ਹੋਣਗੇ। ਮੈਂ ਜਦੋਂ ਪਹਿਲੀ ਵਾਰ ਗਿਆ ਹੇਮਕੁੰਟ ਸਾਹਿਬ, ਚੰਡੀਗੜ੍ਹ ਦੀ ਇੱਕ ਬੀਬੀ, ਵਿਚਾਰੇ ਸ਼ਹਿਰਾਂ 'ਚ ਰਹਿਣ ਵਾਲੇ, ਕਦੇ ਹੁਣ ਤਾਂ ਬੀਬੀਆਂ ਤੁਰਨ ਫਿਰਨ ਲੱਗ ਗਈਆਂ, ਕੁਛ ਅੱਗੇ ਨੌਕਰਾਂ ਦੇ ਕੰਮ ਕਰਾਉਣੇ, ਹੁਣ ਡਾਕਟਰਾਂ ਨੇ ਕਹਿ ਤਾ ਨਾ ਵੀ ਕੁਛ ਤੇਰੇ ਹੱਥ ਪੈਰ ਹਿਲਾਓ, ਨਹੀਂ ਸਰੀਰ ਨਹੀਂ ਠੀਕ ਰਹਿੰਦਾ। ਉਹ ਬੀਬੀ ਵਿਚਾਰੀ ਵਿਹਲੀ ਵੁਲੀ ਰਹੀ ਹੋਈ ਚੰਡੀਗੜ੍ਹ, ਨੌਕਰਾਂ ਤੇ ਕੰਮ ਕੁਮ ਕਰਾਉਣ ਵਾਲਾ, ਹੁਣ ਉੱਥੇ ਤੁਰਨਾ ਪਿਆ। ਰਸਤੇ 'ਚ ਬੈਠੀ, ਮੈਂ ਜਦ ਕੋਲ ਦੀ ਲੰਘਣ ਲੱਗਿਆ, ਸਾਹ ਚੜਿਆ, ਬੀਬੀ ਹੱਥ ਜੋੜ ਕੇ ਕਹਿੰਦੀ ਬਾਬਾ ਜੀ। ਮੈਂ ਕਿਹਾ ਹਾਂ ਬੀਬੀ। ਮੈਂ ਖੜ ਗਿਆ। ਕਹਿੰਦੀ ਮੈਂ ਉਹ ਜਿਉਂਦੀ ਮੁੜ ਵੀ ਜਾਊਂਗੀ ਘਰ ਨੂੰ। ਯਾਰ ਤੇਰਾ ਭਲਾ ਹੋ ਜਾ, ਆਈ ਤੂੰ ਯਾਤਰਾ ਵਾਸਤੇ ਹੈ। ਮੈਂ ਕਿਹਾ ਤੈਨੂੰ ਕੀ ਹੋ ਗਿਆ, ਦਿਲ ਨਾ ਛੱਡ। ਮੈਂ ਕਿਹਾ ਤੇਰੀ ਯਾਤਰਾ ਤਾਂ ਨਹੀਂ ਇਹ ਲੱਗਣੀ, ਇੱਕ ਵਾਰੀ ਦੀ ਯਾਤਰਾ ਦੁਬਾਰੇ ਆਉਣਾ ਪਊ ਤੈਨੂੰ। ਇੱਕ ਵਾਰੀ ਜਿਹੜਾ ਪਹਿਲੀ ਵਾਰ ਜਾਂਦਾ ਹੈ, ਜੇ ਕਮਜ਼ੋਰ ਦਿਲ ਹੋ ਕੇ ਯਾਤਰਾ ਹੀ ਨਹੀਂ ਲੱਗਦੀ, ਪਛਤਾਉਣ ਲੱਗ ਜਾਂਦਾ। ਮੈਂ ਕਾਹਨੂੰ ਆ ਗਿਆ, ਹਜ਼ੂਰ ਸਾਹਿਬ 2 ਵਾਰ ਜਾਇਆ ਹੁੰਦਾ। ਯਾਤਰਾ ਫੇਰ ਕੀ ਲੱਗਣੀ ਆ। ਬਹੁਤ ਔਖੀ ਹੈ ਚੜ੍ਹਾਈ। ਹੁਣ ਜਿਹੜੀ ਔਖੀ ਚੜ੍ਹਾਈ ਚੜ੍ਹਨੀ ਹੋਵੇ ਤਾਂ ਛੋਟੇ ਕਦਮ ਪੁੱਟੀਦੇ ਨੇ। ਇਹ ਇੱਕ ਢੰਗ ਹੈ ਪਹਾੜੀ ਤੇ ਚੜ੍ਹਨ ਦਾ। ਜਿਹੜਾ ਵੱਡਾ ਕਦਮ ਪੁੱਟੇ, ਬਸ ਸਮਝ ਲਓ ਵੀ ਇਹ 2-4 ਕਦਮ ਪੁੱਟ ਗਈ, 10 ਕਦਮਾਂ 20 ਤੇ ਮੀਲ 2 ਮੀਲ ਤੇ ਜਾ ਕੇ ਔਖਾ ਹੋ ਜਾਣਾ ਉਹਨੇ। ਇਹ ਪਹਾੜੀ ਹੈ, ਛੋਟੇ ਛੋਟੇ ਕਦਮ ਪੁੱਟ ਕੇ ਚੜਾਂਗੇ ਇਹਦੇ ਤੇ, ਨਹੀਂ ਇਹ ਸਮਝ ਨਹੀਂ ਆਉਣੀ ਬਾਤ। ਤੇ ਜਿੰਨਾ ਤੀਰ ਨੂੰ ਖਿੱਚ ਕੇ ਚਲਾਉਣ ਵਾਲੇ ਨੇ ਚਲਾਇਆ, ਤੇ ਤੀਰ ਚੱਲਿਆ ਜਾ ਕੇ ਜਿੱਥੇ ਉਹਨੇ ਡਿੱਗਣਾ। ਜਦੋਂ ਤੀਰ ਹੇਠਾਂ ਡਿੱਗਿਆ, ਉਸ ਤੋਂ ਬਾਅਦ ਫੇਰ ਤਾਂ ਨਹੀਂ ਕਿਸੇ ਦੀ ਹਿੱਕ ਪਾੜ ਸਕਦਾ। ਉਹ ਚੱਲ ਗਿਆ, ਹੇਠਾਂ ਡਿੱਗ ਗਿਆ। ਕਹਿੰਦੇ ਇਸ ਇੱਕ ਤਾਂ ਪੱਥੇ ਦੇ ਵਿੱਚੋਂ ਉਹ ਤੀਰਨ ਜਿਹੜੇ ਚਲਾ ਦਿੱਤੇ, ਤੇ ਚੱਲ ਕੇ ਜਿੰਨਾ ਵੱਲ ਸੀ ਵੇਗ ਦੇ ਨਾਲ ਜਾ ਕੇ ਧਰਤੀ ਤੇ ਜਾ ਡਿੱਗਿਆ। ਇਹ ਕਰਮ ਦੀ ਬਾਤ ਸਮਝਾਉਣੀ ਹੈ ਭਾਈ ਸਾਹਿਬ ਨੇ। ਧੰਨ ਹੈ ਭਾਈ ਦਇਆ ਸਿੰਘ। ਬੜੇ ਬੜੇ ਵਿਦਾਂਤੀਆਂ ਨੂੰ ਮਾਤ ਪਾ ਦਿੱਤਾ, ਜਿਹੜੇ ਵੇਦਾਂ ਦੇ ਵਕਤੇ ਸੀ, ਜਿਨ੍ਹਾਂ ਨੇ ਇਸ ਵੀ ਖਾਲਸਾ ਖਾਨੀ ਉਹੀ ਬੰਦੂਖਾਂ ਚੱਕੀ ਫਿਰਦੇ ਨੇ, ਸ਼ਸਤਰ ਚੱਕੀ ਫਿਰਦੇ ਨੇ। ਆਨੰਦਪੁਰ ਸਾਹਿਬ ਇਹੀ ਜੀ ਕਥਾ ਸੁਣਾਈ, ਜਿਹੜੇ ਬੜੇ ਬੜੇ ਵਿਦਾਂਤੀ ਉਂਗਲਾਂ ਲੈ ਜਾਂਦੇ ਨੇ ਮੂੰਹ ਦੇ ਵਿੱਚ, ਕਿ ਐਡੇ ਐਡੇ ਵਿਦਵਾਨ ਸਿੰਘ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ। ਜਿੱਥੇ ਸੂਰਮੇ ਸੀ, ਵਿਦਵਾਨ ਵੀ ਐਡੇ ਐਡੇ ਸੀ। ਤੇ ਹੁਣ ਭਾਈ ਸਾਹਿਬ ਅਗਲੀ ਗੱਲ ਕਰਦੇ ਹਨ, ਨਿਸਫਲ ਹੋਤ ਰਹਿ ਤਰ ਪਰਕੇ। ਹਾਂ, ਉਹ ਨਿਸਫਲ ਹੋ ਗਿਆ, ਭਾਵ ਉਹਨੇ ਆਪਣਾ ਵੇਗ ਦੇ ਨਾਲ ਹੇਠਾਂ ਜਾ ਡਿੱਗਿਆ। ਉਦੋਂ ਬਾਅਦ ਫਿਰ ਉਹਦਾ ਕਾਰਿਆ ਸਮਾਪਤ ਹੋ ਗਿਆ ਹੈ। ਪ੍ਰਾਰਬਧ ਹੈ ਜਾ ਕੋ ਨਾਮ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਕਹਿੰਦੇ ਇਹ ਜਿਹੜੇ ਪਾਤਰ ਦੱਸਿਆ ਸੀ, ਉਹਦੇ ਵਿੱਚ ਧਾਣੇ ਦੱਸੇ ਸੀ, ਇਹ ਪੱਥੇ 'ਚ ਤੀਰ ਦੱਸੇ ਸੀ। ਇਹਨੂੰ ਤੀਰ ਨੂੰ ਇਹ ਸਮਝੋ ਪੱਥਾ ਤਾਂ ਅੰਤਿਸ਼ ਕਰਨ ਹੈ। ਉਹਨਾਂ ਚੋਂ ਇੱਕ ਤੀਰ ਇਹ ਹੈ, ਇਹਨੂੰ ਕਹਿੰਦੇ ਆ ਪਰਾਲਬਧ। ਪਰਾਲਬਧ ਜਿਹੜੀ ਹੈ ਉਹਦਾ ਸਰੀਰ ਬਣਦਾ ਹੈ। ਪਰਾਲਬਧ ਨੇ ਪਹਿਲਾਂ ਬਣ ਚੁੱਕੀ ਹੈ, ਕਿਹੜੇ ਸਰੀਰ ਨੂੰ ਕਿੰਨਾ ਦੁੱਖ ਮਿਲਣਾ ਹੈ, ਪਰਾਲਬਧ ਬਣ ਚੁੱਕੀ ਹੈ। ਕਿਹੜੇ ਸਰੀਰ ਦੇ ਕਿਹੜੇ ਕਿਹੜੇ ਸਮੇਂ ਸੰਬੰਧੀ ਵਿਛੜ ਜਾਣੇ ਨੇ, ਪਹਿਲਾਂ ਹੀ ਬਣੀ ਹੋਈ ਹੈ। ਪਤੀ ਦਾ, ਪਤਨੀ ਦਾ, ਸੰਤਾਨ ਦਾ, ਧਨ ਦਾ, ਕਿਹਦਾ ਵਿਛੋੜਾ ਹੋਣਾ, ਕਿਹਦਾ ਮਿਲਾਪਟ, ਇਹ ਸਭ ਕੁਝ ਪਰਾਲਬਧ ਦੇ ਕਰਮ ਦੇ ਵਿੱਚ ਲਿਖਿਆ ਹੁੰਦਾ ਹੈ। ਇਸ ਕਰਕੇ ਸਰੀਰ ਬਣ ਚੁੱਕਾ ਹੈ, ਇਹ ਤਾਂ ਅਵਸ਼ ਭੋਗਣਾ ਪਏਗਾ। ਤੇ ਨਸ਼ਟ ਕਿਵੇਂ ਹੋਏਗਾ, ਉਹ ਅਗਲੀ ਗੱਲ ਹੈ। ਗਾਹਾਂ ਵਾਲੇ ਅਧਿਆਇ ਦੇ ਵਿੱਚ, ਅਧਿਆਇ ਤੋਂ ਭਾਵ ਜਦੋਂ ਇਹ ਗੱਲ ਸਮਾਪਤ ਹੋ ਜਾਊਗੀ ਨਾ, ਉਹਦੇ 'ਚ ਫਿਰ ਹੋਰ ਉਦਾਹਰਨਾਂ ਦੇ ਨਾਲ ਬਾਤ ਸਮਝ ਆਏਗੀ। ਇਹ ਗੁਰੂ ਕਿਰਪਾ ਕਰੂ, ਸਹਿਜੇ ਸਹਿਜੇ ਹੋਤਾ ਜਾਏ ਸੋ ਹੋਏ। ਸੋ ਅੱਗੇ ਦੱਸਦੇ ਹਨ, ਦੇ ਫਲ ਸਭ ਹੋਇ ਕੋ ਬਰਾਮ। ਤੇ ਫਲ ਦੇ ਕਰਕੇ ਪਰਾਲਬਧ ਜਿਹੜਾ ਪਰਾਲਬਧ ਫਲ ਸੀ, ਉਹ ਛੇਤੀ ਦੇ ਕੇ ਸ਼ਾਂਤ ਹੋ ਜਾਂਦੀ ਹੈ। ਫਿਰ ਤਰਕਸ ਮੈਂ ਜੇਤਕ ਬਾਣ। ਜਿਹੜੇ ਤਰਕਸ਼ ਦੇ ਵਿੱਚ ਬਾਣ, ਉਧਰ ਅੰਤਿਸ਼ ਕਰਨ ਦੇ ਵਿੱਚ ਕਰਮ ਪਏ ਨੇ, ਤਰਕਸ਼ ਦੇ ਵਿੱਚ ਬਾਣ। ਇਹ ਪ੍ਰਮਾਣ ਚੱਲ ਰਿਹਾ, ਪ੍ਰਮਾਣ ਦੇ ਰਹੇ ਹਨ। ਤਨ ਕੋ ਸੰਤਤ ਨਾਮ ਬਖਾਨ। ਉਹਨਾਂ ਦਾ ਨਾਮ ਭਾਈ ਸੰਚਿਤ ਕਰਮ। ਜਿਹੜਾ ਚੱਲਿਆ ਹੋਇਆ ਤੀਰ ਹੈ, ਇਹਦਾ ਨਾਮ ਪਰਾਲਬਧ ਕਰਮ। ਇਹ ਚੱਲਿਆ ਹੋਇਆ ਤੀਰ ਹੈ। ਮੈਂ ਤਾਂ ਕਈ ਵਾਰ ਇਹ ਵੀ ਹੈਰਾਨ ਹੋਣਾ, ਅਖਬਾਰ
ਪੜ੍ਹਨ ਦਾ ਭਾਈ ਸਾਹਿਬ ਨੂੰ ਸ਼ੌਕ ਹੈ, ਮੈਨੂੰ ਤਾਂ ਇਹ ਨਹੀਂ। ਮੈਂ ਦੂਸਰੇ ਦੇ ਹੱਥ 'ਚ ਕਈ ਵਾਰੀ ਦੇਖ ਲੈਂਦੇ ਹਾਂ ਵੀ ਕਈ ਪੀਰਾਂ ਦੇ ਬੜੇ ਬੜੇ ਪੇਪਰ ਭਰੇ ਹੁੰਦੇ ਆ ਵੀ 24 ਘੰਟੇ ਦੇ ਅੰਦਰ ਅੰਦਰ ਸਾਰੀਆਂ ਹੀ ਮੁਸ਼ਕਲਾਂ ਹੱਲ। ਜੈਸਾ ਕਿ ਇਮੀਗ੍ਰੇਸ਼ਨ ਦੀ ਹੈ, ਕਿਸੇ ਦਾ ਪਤੀ ਪਤਨੀ ਦੀ ਹੈ, ਕਿਸੇ ਦੀ ਆਹ ਹੈ, ਉਹ ਫਿਰ ਐਨ ਦਿੱਤਾ ਕਿਤੇ ਦਾ ਫਸੂਗਾ ਹੀ, ਕਿਤੇ ਦਾ ਫਸੂਗਾ ਹੀ, ਕੋਈ ਤਾਂ ਮੁਸ਼ਕਲ ਹੋਊਗੀ ਇਹਨੂੰ। ਤੰਦਰੁਸਤੀ ਆ ਹੋ ਰਿਹਾ, ਸਾਰੇ ਕਾਜ ਦੇ ਠੇਕਾ ਲਿਆ ਹੋਇਆ। ਉਹ ਭਲਿਆ ਪੁਰਸ਼ਾ ਪਰਾਲਬਧ ਬਣੀ ਹੋਈ ਹੈ ਪਹਿਲਾਂ, ਇਹਨੂੰ ਤਾਂ ਪ੍ਰਮਾਤਮਾ ਜੀ ਨੇ ਬਣਾਈ ਆ, ਉਹ ਨਹੀਂ ਮੇਟਦਾ, ਤੂੰ ਕੌਣ ਮੇਟ ਦੇਗਾ? ਇਹ ਤਾਂ ਉਹਨਾਂ ਲੋਕਾਂ ਨੇ ਲਟਾਈ ਕਰਾਉਣੀ ਹੈ। ਔਰ ਜਿਵੇਂ ਬਾਣੀਆਂ ਦਾ ਪ੍ਰਸੰਗ ਆਉਂਦਾ, ਇੱਕ ਜੱਟ ਸੀ ਬੜਾ ਭੋਲਾ ਜਾ, ਤੇ ਜੱਟ ਨੇ ਸੁਣ ਲਿਆ ਕਿਤੇ ਗੱਲਾਂ ਕਰਦੇ ਬਾਣੀਏ, ਕਹਿੰਦੇ ਭਾਈ ਪੈਸੇ ਨੂੰ ਪੈਸਾ ਖਿੱਚਦਾ, ਮਾਇਆ ਨੂੰ ਮਾਇਆ ਖਿੱਚਦੀ ਹੈ। ਜੱਟ ਨੇ ਕਿਹਾ ਵੀ ਮੈਂ ਬੜਾ ਗਰੀਬ ਹਾਂ ਜੀ, ਮਾਇਆ ਇਹਨੂੰ ਮਾਇਆ ਖਿੱਚਦੀ ਹੈ ਵੀ ਆਪਾਂ ਆਹੀ ਕੰਮ ਕਰਕੇ ਦੇਖ ਲਓ। ਉਹਨੇ ਚੱਕਿਆ ਇੱਕ ਚਾਂਦੀ ਦੇ ਰੁਪਏ ਹੁੰਦੇ ਸੀ ਕੋਲ ਲੈ ਕੇ, ਜਿਹੜਾ ਸਾਰਿਆਂ ਤੋਂ ਬੜੇ ਮੋਟੇ ਢਿੱਡ ਵਾਲਾ ਬਾਣੀਆਂ ਸੀ, ਬਹੁਤੀ ਮਾਇਆ ਵਾਲਾ, ਜਿਹਦੇ ਗੱਲੇ ਦੇ 'ਚ ਹਰ ਵੇਲੇ ਰਹਿੰਦੇ ਸੀ ਬਹੁਤ ਪੈਸੇ, ਉਹਦੇ ਗੱਲੇ ਦੇ ਉੱਤੇ ਐਂ ਲੱਗ ਗਿਆ ਕਰਨ। ਬਾਣੀ ਨੇ ਦੇਖਿਆ ਵੀ ਜੱਟ ਸਿੱਧਾ ਜਿਹਾ ਲੱਗਦਾ ਹੈ। ਉਹ ਕਹਿੰਦੇ ਕੀ ਕਰਦਾ ਹੈ? ਕਹਿੰਦਾ ਵੀ ਪੈਸੇ ਖਿੱਚਦਾ। ਬਾਣੀ ਨੂੰ ਕੀ ਖਤਰਾ ਸੀ, ਜਿੰਦਾ ਤਾਂ ਲੱਗਿਆ ਉਹਨੂੰ। ਕਹਿੰਦਾ ਤੈਨੂੰ ਕਿਹਨੇ ਦੱਸਦਾ ਇਹ? ਕਹਿੰਦਾ ਜੀ ਮੈਂ ਸੁਣਿਆ ਵੀ ਪੈਸੇ ਨੂੰ ਪੈਸਾ ਖਿੱਚਦਾ ਹੈ। ਕਹਿੰਦਾ ਵੀ ਇਹ ਗੱਲ ਠੀਕ ਹੈ। ਬਾਣੀਆਂ ਬੜਾ ਚਲਾਕ ਸੀ। ਕਹਿੰਦਾ ਗੱਲੇ ਦੇ ਉੱਤੇ ਆ ਤਰੇੜ ਜੀ ਹੈ ਥੋੜੀ ਜੀ? ਕਹਿੰਦੇ ਹੈਗੀ। ਕਹਿੰਦੇ ਇਹਨੂੰ ਸਿੱਧਾ ਕਰ ਦੇ, ਇਹਨੂੰ ਐ ਤੂੰ ਹਾਲੇ ਸਿੱਧਾ ਨਹੀਂ ਕਰਿਆ। ਕਹਿੰਦਾ ਲਓ ਜੀ ਸਿੱਧਾ ਕਰਦਾ। ਕਹਿੰਦਾ ਛੱਡ ਦੇ। ਉਹਨੇ ਛੱਡਤਾ, ਠੰਡ ਦੇ ਖੇਡਾਂ ਜਾ ਰਿਹਾ। ਕਹਿੰਦਾ ਜੀ ਮੇਰੇ ਵਾਲਾ ਵੀ ਗਿਆ। ਕਹਿੰਦਾ ਜਿੱਥੇ ਜ਼ਿਆਦਾ ਹੁੰਦੀ ਹੈ ਥੋੜੀ ਨੂੰ ਖਿੱਚ ਲੈਂਦੀ ਆ ਉਹ। ਇਹ ਤਾਂ ਬਾਤ ਹੀ ਇੰਨੀ ਕੁ ਹੈ ਵੀ ਉਹ ਇਸ ਪ੍ਰਕਾਰ ਦੀ ਬਾਤ ਹੈ ਵੀ ਉਹਨਾਂ ਦੇ ਕੋਲ ਮਾਇਆ ਹੈਗੀ ਜ਼ਿਆਦੇ, ਤੁਹਾਡੇ ਵਾਲੀ ਥੋੜੀ ਥੋੜੀ ਵੀ ਖਿੱਚੀ ਜਾਂਦੇ ਨੇ। ਉਹ ਆਪਣੇ ਕੋਲ ਦਮੜੇ ਦਮੜੇ ਜਿਹੇ ਨੇ, ਜਿਹੜੇ ਆਪਾਂ ਕਮਾਈ ਥੋੜੀ ਥੋੜੀ ਕਰਦੇ ਆ, ਉਹਨਾਂ ਕੋਲ ਜ਼ਿਆਦਾ ਮਾਇਆ ਇਕੱਠੀ ਹੋਈ ਆ, ਉਹ ਤਰੀਕੇ ਨਾਲ ਖਿੱਚੀ ਜਾਂਦੇ ਆ। ਉਹਨਾਂ ਦਾ ਗੱਲਾ ਆ ਜਾਏ। ਬਚੋ ਇਹਨਾਂ ਲੋਕਾਂ ਤੋਂ, ਠੱਗ ਲੋਕਾਂ ਤੋਂ ਬਚਣਾ ਚਾਹੀਦਾ। ਇਹ ਕਥਾ ਸਾਨੂੰ ਬਹੁਤ ਗੱਲਾਂ ਬਚਾਏਗੀ ਜੇ ਧਿਆਨ ਨਾਲ ਪਹਿਲਾਂ ਸੁਣਾਂਗੇ, ਫਿਰ ਅਮਲ ਚ ਲਿਆਵਾਂਗੇ, ਬਚ ਜਾਵਾਂਗੇ ਠੱਗ ਲੋਕਾਂ ਦੇ ਕੋਲੋਂ। ਤੇ ਗੁਰੂ ਚ ਸਮਰੱਥਾ ਹੈ ਕਰਮ ਬਦਲਣ ਦੀ। ਉਹ ਕੀ ਹੈ, ਉਹ ਬਾਅਦ ਦੇ ਵਿੱਚ ਆਏਗੀ ਬਾਤ। ਹਾਂਜੀ ਚਲੋਗੇ। ਤਰਸ ਸੇ ਜੋ ਜੋਰਿਓ ਜੋਏ। ਇਹ ਹੁਣ ਦੋ ਕਰਮ ਹੋ ਗਏ ਜੀ। ਇੱਕ ਤਾਂ ਹੋ ਗਿਆ ਪਰਾਲਬਧ, ਜਿਹੜਾ ਚੱਲਿਆ ਹੋਇਆ ਤੀਰ, ਪੱਥੇ ਚੋਂ ਨਿਕਲ ਚੁੱਕਿਆ, ਉਹ ਤਾਂ ਮੁੜ ਕੇ ਪੱਥੇ 'ਚ ਨਹੀਂ ਜਾਣਾ ਉਹ। ਦੂਸਰੇ ਜਿਹੜੇ ਸਾਰੇ ਇਕੱਠੇ ਨੂੰ ਉਹਨੂੰ ਕਹਿੰਦੇ ਸੰਚਿਤ ਕਰਮ, ਜਨਮਾਂ ਜਨਮਾਤਰਾਂ ਦੇ ਇਕੱਠੇ ਹੋਏ ਕਰਮ, ਜਿਹਨੇ ਅਜੇ ਕੋਈ ਫਲ ਨਹੀਂ ਦਿੱਤਾ, ਅਜੇ ਤਾਂ ਪੱਥੇ ਦੇ ਵਿੱਚ ਹੀ ਪਏ ਨੇ। ਆਪਣੇ ਵੀ ਬਹੁਤ ਕਰਮ ਐਸੇ ਨੇ ਜਿਹੜੇ ਅਜੇ ਉੱਕਣੇ ਪਏ ਆ ਇਕੱਠੇ ਹੋਏ। ਡਰੀਏ ਪਰਮਾਤਮਾ ਤੋਂ, ਕਿਹੜੇ ਕਰਮ ਨੇ ਕੀ ਸਜ਼ਾ ਦੇਣੀ ਹੈ? ਅਜੇ ਤਾਂ ਪਏ ਨੇ ਪੱਥੇ ਦੇ ਵਿੱਚ, ਅਜੇ ਤਾਂ ਤੀਰ ਚੱਲਿਆ ਨਹੀਂ ਅਜੇ ਕੋਈ। ਕਹਿੰਦੇ ਇੱਕ ਫਿਰ ਉਹ ਹੈ ਜਿਹੜਾ ਨਾ ਤਾਂ ਪੱਥੇ ਦੇ ਵਿੱਚ ਹੈ, ਨਾ ਚੱਲਿਆ, ਹੱਥਾਂ ਦੇ ਵਿੱਚ ਹੀ ਆ ਜੇ, ਖਿੱਚਿਆ ਵਾ ਹੈ ਪਰ ਛੱਡਿਆ ਨਹੀਂ ਅਜੇ। ਭਾਈ ਸਾਹਿਬ ਕਹਿੰਦੇ ਉਹ ਕਿਰੇਮਾਨ ਕਰਮ ਹੈ, ਉਹਨੂੰ ਕਿਰੇਮਾਨ ਕਰਮ ਕਹਿੰਦੇ ਹਨ। ਨਾਮ ਸੋ ਕਿਰੇਮਾਨ ਤਿਸ ਹੋਏ। ਉਹਦਾ ਨਾਮ ਕਿਰੇਮਾਨ ਹੈ। ਭਾਈ ਦਇਆਲ ਸਿੰਘ ਕਹਿੰਦੇ ਜੋ ਕਰ ਰਹੇ ਹੈ, ਜੋ ਕਿਰਿਆ ਕਰ ਰਹੇ ਹੈ, ਕਰਮ ਕਿਵੇਂ ਬਣਦਾ ਹੈ? ਅਭਿਮਾਨ ਦੇ ਸਹਿਤ ਜੋ ਕਰਮ ਕਰਦੇ ਆ, ਜਿਹੜੀ ਕਿਰਿਆ ਹੰਕਾਰ ਦੇ ਨਾਲ ਕਰਦੇ ਆ, ਉਹ ਕਿਰੇਮਾਨ ਕਰਮ ਬਣਦਾ। ਜਿਹੜੀ ਸੁਭਾਵਿਕ ਕਿਰਿਆ ਉਹ ਨਹੀਂ ਕਿਰੇਮਾਨ ਕਰਮ ਹੈ। ਅੱਗੇ ਖੁੱਲ ਜਾਊਗੀ ਬਾਤ। ਜਨ ਕਰਮ ਮਨ ਕੋ ਦਿਓ ਸਰੀਰ। ਹੁਣ ਉਸੇ ਕਹੀ ਹੋਈ ਗੱਲ ਨੂੰ ਦੁਬਾਰੇ ਹੋਰ ਖੁਲਾਸਾ ਕਰਨ ਲੱਗੇ ਭਾਈ ਦਇਆਲ ਸਿੰਘ। ਜਿਨ੍ਹਾਂ ਕਰਮਾਂ ਨੇ ਸਾਨੂੰ ਸਰੀਰ ਦਿੱਤਾ ਹੈ, ਆਹ ਸਰੀਰ ਮਤਾ ਸਮਝਿਓ ਵੀ ਮਾਤਾ ਪਿਤਾ ਨੇ ਦਿੱਤਾ ਹੈ, ਭੁਲੇਖਾ ਨਾ ਖਾ ਜਿਓ। ਮਾਤਾ ਪਿਤਾ ਕੌਣ ਹੁੰਦੇ ਨੇ ਦੇਣ ਵਾਲੇ? ਇਹ ਤਾਂ ਮੇਰੇ ਉਸ ਅਕਾਲ ਪੁਰਖ ਨੇ ਘਾੜਤ ਤਿਸ ਕੀ ਅਪਰ ਅਪਾਰ, ਉਹਦਾ ਵਿਧਾਨ ਇਹਾ ਜਿਹਾ ਜਿਹੜਾ ਸਮਝ ਨਾ ਆਵੇ। ਕਰਤੇ ਕੇ ਕਰਨੇ, ਉਹਦਾ ਕੀਤਾ ਹੋਇਆ, ਨਾ ਹੀ ਸੁਮਾਰ, ਉਹਦੀ ਗਿਣਤੀ ਕੋਈ ਨਹੀਂ ਹੈ। ਇਹ ਹੁਣ ਗਿਣਤੀਆਂ ਕਰਦੇ ਫਿਰਦੇ ਆ, ਪਤਾ ਨਹੀਂ ਕਿੱਥੇ ਪਹੁੰਚਣਗੇ। ਪਰਮੇਸ਼ਰ ਆਪ ਬੇਅੰਤ ਹੈ, ਉਹਦੀ ਰਚਨਾ ਵੀ ਬੇਅੰਤ ਹੀ ਹੈ। ਸੋ ਇਸ ਵਾਸਤੇ ਜਿਹੜੇ ਕਰਮਾਂ ਨੇ ਸਰੀਰ ਦਿੱਤਾ ਹੈ ਸਾਨੂੰ, ਇਹ ਕਰਮ ਨੇ ਦਿੱਤਾ ਹੈ। ਹੁਣ ਧਿਆਨ ਧਰੋ ਗੁਰੂ ਨਾਨਕ ਦਾ, ਤੇ ਗੁਰੂ ਨਾਨਕ ਦਾ ਅੰਮ੍ਰਿਤ ਬਚਨ ਜਿਹੜਾ ਹਰ ਰੋਜ਼ ਪੜ੍ਹਦੇ ਹੋ। ਹੁਣ ਕਹੋ ਵੀ ਕਰਮੀ ਆਵੈ ਕੱਪੜਾ,
ਨਦਰੀ ਮੋਖ ਦੁਆਰ। ਦੋ ਤੁਕਾਂ 'ਚ ਕਿੰਨਾ ਕੁਝ ਕਹਿ ਦਿੱਤਾ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਇੱਕ ਅੱਖਰ ਦੇ ਪਿੱਛੇ ਕਿੱਡਾ ਕਿੱਡਾ ਇਤਿਹਾਸ ਲਿਖਿਆ ਹੋਇਆ ਹੈ। ਇਹ ਅੱਖਰ ਵੀ ਕਰਮਾਂ ਦਾ ਕੱਪੜਾ ਹੈ। ਸ੍ਰੀ ਪੜ੍ਹਨ ਨੂੰ ਹਰ ਰੋਜ਼ ਪੜ੍ਹੀ ਜਾਂਦੇ ਆ। ਕਿਵੇਂ ਹੈ ਕੱਪੜਾ? ਇਹਦੀ ਹਰ ਤੰਦ ਇਸ ਜੀਵ ਨੇ ਕੱਤਕ ਕਰਮ ਕਮਾਵਣੇ। ਕੱਤਕ ਦਾ ਅਰਥ ਜਿੱਥੇ ਕੱਤਕ ਦਾ ਮਹੀਨਾ ਹੈ, ਵੱਡੇ ਮਹਾਂਪੁਰਸ਼ਾਂ ਨੇ ਕੱਤਕ ਦਾ ਅਰਥ ਕੱਤਣਾ ਕੀਤਾ ਹੈ। ਜੀਵ ਨੇ ਕੱਲੇ ਕੱਲੇ ਕਰਮ ਕੱਤੇ ਹੈ। ਕੱਤਕ ਕਰਮ ਕਮਾਵਣੇ ਦੋਸ ਨਾ ਕਹੂੰ ਜੋਗ। ਕਿਸੇ ਨੂੰ ਦੇਖੋ, ਜਦੋਂ ਬਾਤ ਸਮਝ ਆ ਜਾਵੇ, ਦੂਸਰੇ ਦੀ ਹਿੰਮਤ ਨਹੀਂ ਹੈ ਫਿਰ ਦੋਸ਼ ਦੇਣ ਦੀ। ਜਿਨ੍ਹਾਂ ਦੀ ਬਾਤ ਸਮਝ ਆ ਗਈ ਨਾ, ਕਦੀ ਦੋਸ਼ ਨਹੀਂ ਦਿੱਤਾ। ਕਿਤੇ ਉਤਾਨਪਾਦ ਰਾਜੇ ਦਾ ਪ੍ਰਸੰਗ ਪੜੋ। ਉਹਦੀਆਂ ਦੋ ਰਾਣੀਆਂ ਸੀ, ਇੱਕ ਧਰੂੰ ਦੀ ਮਾਤਾ, ਸਰੀਚੀ ਤੇ ਸਨੀਤੀ ਦੋ ਸੀ। ਸਨੀਤੀ ਵੱਡੀ ਸੀ ਤੇ ਛੋਟੀ ਰਾਣੀ ਨੇ ਰਾਜੇ ਨੂੰ ਬਸ ਕਰ ਲਿਆ ਸੀ। ਉਹਦੀ ਗੰਦੀ ਵਾਸ਼ਨਾ ਦੇ ਉਹਦੀ ਕਮਜ਼ੋਰੀ ਸੀ ਤੇ ਧਰੂੰ ਆਪਣੀ ਥਾਂ ਤੇ ਡਟਿਆ ਰਿਹਾ। ਪਰ ਧਨ ਸੀ ਉਹ ਮਹਾਰਾਣੀ, ਕਦੇ ਦੋਸ਼ ਨਹੀਂ ਦਿੱਤਾ। ਜੇ ਧਰੂੰ ਦੇ ਚਪੇੜਾਂ ਵੱਜੀਆਂ, ਅਰ ਭਰੇ ਦਰਬਾਰ ਵਿੱਚ ਵੱਜੀਆਂ, ਗੁਨਾਹ ਕੀ ਕੀਤਾ ਸੀ? ਕਿਤਨੇ ਗਜਬੰਦੀ ਬਾਤ ਹੈ। ਬੱਚਾ ਤਾਂ ਕਿਤੇ ਨਾ ਪਿਆਰ ਲੈਣ ਵਾਸਤੇ ਗਵਾਂਢੀ ਦਾ ਆ ਜਾਵੇ, ਬਾਂਹ ਚੱਕ ਕੇ, ਬੱਚੇ ਦੀ ਹਿੰਮਤ ਨਹੀਂ ਚੱਕ ਕੇ ਗੋਦੀ ਦੇ ਵਿੱਚ ਨਾ ਲਵੇ, ਕੋਈ ਪੱਥਰ ਦੇ ਲਿਆਊਗਾ। ਫਿਰ ਸਕਾ ਪਿਓ ਹੈ। ਭਾਈ ਗੁਰਦਾਸ ਕਹਿੰਦੇ ਨੇ, ਧਰੋਂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਪਿਆਰ ਵੀ ਕੀਤਾ, ਪਰ ਉਸੇ ਵੇਲੇ ਸੜਕੀ ਛੋਟੀ ਰਾਣੀ ਬਾਹੋਂ ਪਕੜ ਉਠਾ ਲਿਆ, ਧੂ ਕੇ ਕੱਢਿਆ। ਮਨ ਵਿੱਚ ਰੋਸ ਮਤਰੇਈ ਕੀਤਾ। ਰੋਸ ਕੀ ਕੀਤਾ? ਕਹਿੰਦੀ ਜੇ ਗੋਦ ਬਾਪ ਦੀ ਗੋਦ ਵਿੱਚ ਬਹਿਣ ਦਾ ਸ਼ੌਕ ਹੈ ਨਾ, ਅੱਜ ਗੋਦ 'ਚ ਬਹਿਣਾ, ਕੱਲ ਨੂੰ ਤਖਤ ਤੇ ਬੈਠਣ ਦੀ ਗੱਲ ਕਰੇਗਾ, ਫਿਰ ਮੇਰੀ ਕੁੱਖ ਤੋਂ ਜਨਮਦਾ। ਕਹਿੰਦਾ ਮਾਂ ਤੁਸੀਂ ਐਂ ਕਿਉਂ ਕਰਦੇ ਹੋ? ਜਨਮ ਲੈਣਾ ਮੇਰੇ ਵੱਸ ਵਿੱਚ ਥੋੜ੍ਹੀ ਹੈ। ਅਰ ਫਿਰ ਫਰਕ ਕੀ ਹੈ? ਤੂੰ ਵੀ ਤਾਂ ਮੇਰੀ ਮਾਂ ਹੈ। ਜਿਹੜੀ ਚਪੇੜਾ ਮਾਰਦੀ ਹੈ ਧਰੂੰ ਨੂੰ, ਕਹਿੰਦੇ ਤੂੰ ਵੀ ਤਾਂ ਮੇਰੀ ਮਾਂ ਹੈ। ਕਹਿੰਦੀ ਮੈਂ ਤੇਰੀ ਮਾਂ ਕਦੋਂ ਆ? ਕਿਉਂ ਮਾਂ? ਅੱਜ ਕਿਉਂ ਬਦਲ ਗਈ ਤੂੰ ਮਾਂ ਮੇਰੇ ਨਾਲ? ਕਹਿੰਦੀ ਤੇਰੀ ਮਾਂ ਉਹ ਹੈ ਸ੍ਰੀਤੀ, ਮੈਂ ਨਹੀਂ ਤੇਰੀ ਮਾਂ, ਮੈਂ ਉੱਤਮ ਦੀ ਮਾਂ ਹਾਂ। ਮੈਂ ਤੇਰੀ ਮਾਂ ਨਹੀਂ, ਤੇਰੀ ਛੋਟੀ ਮਾਂ ਹਾਂ। ਧਰੂੰ ਕਹਿੰਦਾ ਤੂੰ ਆਪਣੇ ਆਪ ਨੂੰ ਛੋਟੀ ਕਿਉਂ ਕਹਿੰਦੀ? ਮਾਂ ਸਿਰਫ ਮਾਂ ਹੁੰਦੀ ਹੈ, ਛੋਟੀ ਬੜੀ ਨਹੀਂ ਹੁੰਦੀ। ਬੁੱਧੀਮਾਨ ਸੀ। ਜਦੋਂ ਆਪਣੀ ਮਾਂ ਕੋਲ ਆਇਆ, ਡੁੱਡੋਂ ਲੀਕਾ ਮਾਂ ਪੁੱਛਿਆ ਤੂੰ ਸੁਬਾਣੀ ਹੈ ਕਿਸ ਰੀਤਾ? ਆਪਣੀ ਮਾਂ ਤੇ ਉਹਨੂੰ ਸ਼ੱਕ ਹੋ ਗਈ ਵੀ ਸ਼ਾਇਦ ਕਿਤੇ ਗੋਲੀ ਬੰਦੀ ਹੋਵੇ। ਰਾਜੇ ਮਹਾਰਾਜਾ ਦੇ ਐਸਾ ਚੱਲਦਾ ਸੀ। ਦਾਸੀ ਦਾ ਪੁੱਤ ਬਿਦਰ ਹੈ ਨਹੀਂ, ਦੁਆਪਰ ਦੀ ਇਤਿਹਾਸ ਹੈ। ਦਾਸੀ ਸੁਤ ਜਨ ਬਿਦਰ ਸੁਦਾਮਾ। ਮਾਂ ਤੂੰ ਸੱਚ ਦੱਸ, ਕੌਣ ਹੈ ਤੂੰ? ਮੇਰੇ ਪਿਤਾ ਦੇ ਨਾਲ ਰਿਸ਼ਤਾ ਕੀ ਹੈ ਤੇਰਾ? ਕਹਿੰਦੀ ਬੇਟਾ ਇਹ ਪ੍ਰਸ਼ਨ, ਇਹੋ ਜਿਹੇ ਪ੍ਰਸ਼ਨ ਮਾਂ ਨੂੰ ਕੀ ਸ਼ੱਕ ਹੋਈ ਹੈ ਮਾਂ ਦੇ ਉੱਤੇ? ਕਹਿੰਦਾ ਤੇਰੀ ਹਾਲਤ ਤਾਂ ਭਾਵੇਂ ਬਾਂਦੀਆਂ ਵਰਗੀ ਮੈਂ ਰੋਜ਼ ਦੇਖਦਾ, ਤੇਰੀ ਹਾਲ ਦੇਖ, ਪਰ ਅੱਜ ਜੋ ਮੇਰੇ ਨਾਲ ਹੋਇਆ ਨਾ, ਸਹਿਨ ਕਰਨ ਵਾਲਾ ਨਹੀਂ। ਮੇਰੀ ਛੋਟੀ ਮਾਂ ਨੇ ਆ ਕਿਹਾ। ਕਿਉਂ ਹੈ ਐਸਾ? ਬਈ ਬਲਿਹਾਰ ਜਾਈਏ, ਧਰੂੰ ਦੀ ਮਾਂ ਦੇ ਐਵੇਂ ਨਹੀਂ ਐਡਾ ਭਗਤ ਪੁੱਤਰ ਜੰਮਿਆ, ਪਰਮੇਸ਼ਰ ਦੇਖ ਕੇ ਭੇਜਦਾ ਰੂਹਾਂ। ਕਹਿਣ ਲੱਗੀ ਪੁੱਤਰ ਸਵਾਣੀ ਹਾਂ ਮੈਂ ਜਨਮ ਦੀ, ਮੈਂ ਇੱਕ ਬਾਪ ਦੀ ਬੇਟੀ ਹਾਂ, ਮੈਂ ਇੱਕ ਆਪਣੇ ਉਸ ਮਹਾਰਾਜੇ ਦੀ ਬੇਟੀ ਹਾਂ। ਮੇਰਾ ਪਿਤਾ ਵੀ ਚੱਕਰਵਰਤੀ ਬਾਦਸ਼ਾਹ ਹੈ, ਮੈਂ ਵਿਆਹੀ ਵੀ ਇੱਕ ਬਾਦਸ਼ਾਹ ਨੂੰ ਗਈ। ਸਵਾਣੀ ਹੈ ਮੈਂ ਜਨਮ ਦੀ, ਪਰ ਨਾਮ ਨਾ ਭਗਤੀ ਕਰਮ ਦ੍ਰਿੜਤਾ। ਮੇਰੇ ਕਰਮਾਂ ਦੀ ਮਾਰ ਪੈ ਗਈ, ਮੈਂ ਭਗਤੀ ਨਹੀਂ ਕੀਤੀ। ਨਹੀਂ ਕਿਹਾ ਵੀ ਛੋਟੀ ਰਾਣੀ ਦੀ ਕਰਤੂਤ ਹੈ, ਨਹੀਂ ਦਿੱਤਾ ਦੋਸ਼। ਕਹਿੰਦਾ ਮਾਂ ਫਿਰ ਕਿਸ ਉਦਮ ਤੇ ਰਾਜ ਮਿਲਿਆ? ਇਹ ਜਿਹੜੇ ਰਾਜ ਤੇ ਧੱਕੇ ਪਏ ਨੇ ਕਿਵੇਂ ਮਿਲੇਗਾ? ਸ਼ਤਰੂ ਤੇ ਸਭ ਹੋਵਨ ਮੀਤਾ, ਮੈਂ ਦੁਸ਼ਮਣਾਂ ਨੂੰ ਮਿੱਤਰ ਕਿਵੇਂ ਬਣਾ ਸਕਦਾ? ਮਾਂ ਕਹਿੰਦੀ ਪਰਮੇਸ਼ਰ ਆਰਾਧੀ ਹੈ, ਜਦੋਂ ਹੋਈ ਹੈ ਪਤਤ ਪਨੀਤਾ।
ਬਾਹਰ ਚੱਲਿਆ ਕਰਨ ਤਾਂ ਕਰਮ ਬਣਾਇਆ ਆਪਣਾ। ਕਰਮ ਸਵਯੰ ਬਣਾਉਣਾ ਪਊ, ਬਣਿਆ ਬਣਾਇਆ ਕਿਸੇ ਨੇ ਨਹੀਂ ਦੇਣਾ। ਇਹ ਠੱਗੀ 'ਚ ਨਾ ਆਇਓ ਕਿਸੇ ਦੇ ਵੀ ਨਹੀਂ। ਕਰਮ ਜਿਹੜਾ ਹੈ, ਇਹਨੂੰ ਸੰਸਾਰ ਇਹ ਸਮਝਦਾ ਵੀ ਸ਼ਾਇਦ ਜਿਵੇਂ ਬਾਕੀ ਦੇ ਦੁਕਾਨਾਂ 'ਚੋਂ ਸੌਦੇ ਮਿਲ ਜਾਂਦੇ, ਇਹ ਵੀ ਐਂ ਹੀ ਮਿਲ ਜਵੇ ਬਣਿਆ ਬਣਾਇਆ ਕਿਤੋਂ। ਸਵਯੰ ਬਣਾਉਣਾ ਪਏਗਾ ਕਰਮ। ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਨੇ, ਅਰਜਨ ਬਾਣ ਸਿੱਟ ਦਿੱਤੇ, ਕਿਹਦੇ ਪਿੱਛੇ ਲੜਨਾ, ਇਕਲੌਤਾ ਬੇਟਾ ਮਾਰਿਆ ਗਿਆ ਸੀ, ਦਿਲ ਟੁੱਟ ਗਿਆ। ਭਗਵਾਨ ਕ੍ਰਿਸ਼ਨ ਕਹਿੰਦੇ ਕਰਮ ਯੋਗੀ ਬਣ, ਕਰਮ ਕਰ। ਕਹਿੰਦਾ ਜੀ ਮੈਂ ਹੁਣ ਕਰਮ ਨਹੀਂ ਕਰ ਸਕਦਾ। ਭਗਵਾਨ ਕਹਿੰਦੇ ਕਰਮ ਤੋਂ ਕਿੱਥੇ ਬਚੇਗਾ? ਕਹਿੰਦਾ ਜੀ ਕਿਉਂ? ਭਗਵਾਨ ਕਹਿੰਦੇ ਚੁੱਪ ਕਰਨਾ ਵੀ ਕਰਮ, ਬੋਲਣਾ ਵੀ ਕਰਮ। ਚੁੱਪ ਕਰੇਗਾ ਜਾਂ ਬੋਲੇਗਾ? ਬੈਠਣਾ ਵੀ ਕਰਮ, ਤੁਰਨਾ ਵੀ ਕਰਮ। ਬੋਲ ਕੀ ਕਰੇਗਾ? ਕਰਮ ਤੋਂ ਕਿੱਥੇ ਬਚੇਗਾ? ਸੌਣਾ ਵੀ ਕਰਮ, ਜਾਗਣਾ ਵੀ ਕਰਮ। ਜੰਗ ਕਰਨਾ ਵੀ ਕਰਮ, ਨਾ ਕਰਨਾ ਵੀ ਕਰਮ। ਛਤਰੀਆਂ ਤੂੰ ਘੇਰ ਲਿਆ ਚਾਰ ਛਪੇਰੇ ਤੇ। ਬਸ ਕਰਮ ਉਹ ਕਰ ਜਿਸ ਕਰਮ ਨੂੰ ਕਰਨ ਦੀ ਆਗਿਆ ਹੈ, ਨਿਖਿਧ ਕਰਮ ਨਹੀਂ ਕਰਨੇ। ਸੋ ਇਸ ਕਰਕੇ ਦੋਸ਼ ਉਦੋਂ ਖਤਮ ਹੋ ਜਾਂਦਾ ਹੈ। ਧਰੋਂ ਦੀ ਮਾਂ ਨੇ ਇੱਕ ਦਿਨ ਦੋਸ਼ ਨਹੀਂ। ਫਿਰ ਤ੍ਰੇਤੇ ਦਾ ਇਤਿਹਾਸ ਪੜ੍ਹੋ ਸਾਰਾ। ਬਨਵਾਸ ਹੋਇਆ ਰਾਮ ਜੀ ਨੂੰ, ਵਾਪਸ ਵੀ ਆਏ। ਜਿਹੜੀ ਮਥਰਾ ਨੇ ਦਾਸੀ ਸੀ ਨਾਲ ਆਈ ਕਕਈ ਦੇ, ਉਹਨੇ ਪਾਲੀ ਸੀ ਇਹ ਨਿਆਣੀ ਹੁੰਦੀ, ਤੇ ਉਹਨੇ ਪੁੱਠੀ ਪੱਟੀ ਪੜ੍ਹਾਈ ਹਰ ਵੇਲੇ। ਨਹੀਂ ਤਾਂ ਜਿਸ ਵੇਲੇ ਰਾਮ ਜੀ ਦਾ ਜਨਮ ਹੋਇਆ ਸੀ, ਭਰਤ ਦਾ ਜਨਮ ਬਾਅਦ ਵਿੱਚ ਹੁੰਦਾ ਹੈ, ਤੇ ਉਹ ਦਰਸ਼ਨ ਕਰਨ ਵਾਸਤੇ ਜਦੋਂ ਆਈ, ਉਸ ਵੇਲੇ ਮਾਤਾ ਕਸਲਿਆ ਨੇ ਕਿਹਾ ਸੀ ਭੈਣੇ ਤੈਨੂੰ ਆਉਣਾ ਨਹੀਂ ਸੀ ਚਾਹੀਦਾ, ਤੇਰੀ ਹਾਲਤ ਹੈ, ਬੱਚਾ ਹੋਣ ਵਾਲਾ ਤੇਰੇ ਵੀ। ਕਹਿਣ ਲੱਗੀ ਰਿਹਾ ਨਹੀਂ ਗਿਆ। ਜਦ ਦੇਖਿਆ ਬਹੁਤ ਪਿਆਰ ਕੀਤਾ, ਨਾਮ ਰੱਖਿਆ ਸੀ ਰਾਮ। ਗੋਦ ਵਿੱਚ ਲੈ ਕੇ ਕਹਿੰਦੀ ਅੱਜ ਤੋਂ ਰਾਮ ਮੇਰਾ ਹੋਇਆ। ਗੋਦ ਚ ਲਿਆ ਸੀ ਕਕਈ ਨੇ, ਰਾਮ ਮੇਰਾ ਹੈ। ਔਰ ਜਦੋਂ ਕਕਈ ਦੇ ਭਰਤ ਜੰਮਿਆ ਸੀ, ਕੌਸ਼ਲਿਆ ਨੇ ਕਿਹਾ ਸੀ ਭਰਤ ਮੇਰਾ ਹੈ। ਇੰਨਾ ਪਿਆਰ ਸੀ ਆਪਸ ਵਿੱਚ। ਜਦੋਂ ਬਨਵਾਸ ਦਵਾਇਆ, 14 ਸਾਲ 'ਚ ਇੱਕ ਦਿਨ ਵੀ ਰਾਮਚੰਦਰ ਭਗਵਾਨ ਦੀ ਮਾਤਾ ਕਸਲਿਆ ਪੰਜਾਬ ਦੀ ਸੀ। ਇਹ ਕੜਾਮ ਨਾਨਕੇ ਸੀ ਭਗਵਾਨ ਰਾਮਚੰਦਰ, ਇੱਥੇ ਦਸ਼ਰਥ ਵਿਆਹਿਆ ਹੋਇਆ ਸੀ। ਇੱਕ ਦਿਨ ਵੀ ਕਦੇ ਉਲਾਂਭਾ ਨਹੀਂ ਦਿੱਤਾ, ਇੱਕ ਦਿਨ ਵੀ। ਬਲਕਿ ਜਦੋਂ ਉਹਨੂੰ ਪ੍ਰਾਸ਼ਚਿਤ ਕਰਦੀ ਹੈ, ਬਾਰ-ਬਾਰ ਰੋਂਦੀ ਹੈ, ਕਰਲਾਉਂਦੀ ਹੈ, ਮਾਤਾ ਕਸਲਿਆ ਉਹਨੂੰ ਕਹਿੰਦੀ ਹੈ ਭੈਣਾ ਕਕਈ ਤੇਰੇ ਵੱਸ ਨਹੀਂ ਨਾ ਮੇਰੇ ਵੱਸ ਹੈ। ਇਹ ਕਰਮ ਨੇ ਕਰਾ ਦਿੱਤਾ ਸਾਰਾ ਕੁਝ। ਨਹੀਂ ਤਾਂ ਰਾਮ ਮੇਰੇ ਨਾਲੋਂ ਤੈਨੂੰ ਜ਼ਿਆਦਾ ਪਿਆਰਾ ਸੀ। ਉਲਾਂਭਾ ਤਾਂ ਦੇਣਾ ਇੱਕ ਪਾਸੇ ਰਿਹਾ। ਜਦੋਂ ਰਾਮ ਜੀ ਵਾਪਸ ਆਉਂਦੇ ਨੇ, ਜਦੋਂ ਧਰੂੰ ਵਾਪਸ ਆਉਂਦਾ ਹੈ ਪਰਮਾਤਮਾ ਦੇ ਦਰਸ਼ਨ ਕਰਕੇ, ਆਪਣੀ ਮਾਂ ਨੂੰ ਬਾਅਦ ਵਿੱਚ ਮਿਲਦਾ ਹੈ। ਪਹਿਲਾਂ ਜਿਹਨੇ ਚਪੇੜਾਂ ਮਾਰੀਆਂ ਉਹਦੇ ਪੈਰਾਂ ਤੇ ਜਾ ਕੇ ਮੱਥਾ ਟੇਕਦਾ ਹੈ। ਉਹ ਪਿੱਛੇ ਹੋ ਗਈ। ਕਹਿੰਦੀ ਮਾਂ ਤੂੰ ਅਜੇ ਵੀ ਨਾਰਾਜ਼ ਹੈ ਮੇਰੇ ਨਾਲ? ਕਹਿੰਦੀ ਮੈਂ ਇੰਨੀ ਭੈੜੀ ਆ, ਤੇਰੇ ਪਵਿੱਤਰ ਹੱਥ ਮੇਰੇ ਅਪਵਿੱਤਰ ਪੈਰਾਂ ਨੂੰ ਲੱਗ ਕੇ ਕਿਤੇ ਅਪਵਿੱਤਰ ਨਾ ਕਰ ਦੇਣ। ਕਹਿੰਦਾ ਮਾਂ ਇਹ ਬਾਤ ਨਾ ਕਰ। ਮੁੜ ਕੇ ਮਾਣ ਸਤਿਕਾਰ ਪ੍ਰਾਪਤ ਕਰਾਇਆ। ਉਤਾਨਪਾਨ ਨੇ ਤਿਆਗ ਦਿੱਤੀ ਸੀ ਸ੍ਰੀ ਜੀ। ਸੋ ਇਸ ਵਾਸਤੇ ਰਾਮ ਜੀ ਪਹੁੰਚੇ, ਜਾ ਕੇ ਕਕਈ ਦੇ ਪੈਰਾਂ ਤੇ ਮੱਥਾ ਟੇਕਿਆ। ਮਾਂ ਤੇਰੇ ਪ੍ਰਤਾਪ ਨਾਲ ਮੈਂ ਇੰਨੇ ਨੇ ਰਿਸ਼ੀਆਂ ਦੇ ਦਰਸ਼ਨ ਕੀਤੇ, ਇੰਨੇ ਨੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਰਾਵਣ ਵਰਗੇ ਰਾਖਸ਼ਾਂ ਨੂੰ ਮਾਰਿਆ। ਇਹ ਤਾਂ ਸਾਰਾ ਪ੍ਰਤਾਪ ਹੀ ਤੇਰਾ ਸੀ। ਸੋ ਇਸ ਵਾਸਤੇ ਕਰਮ ਜਿਹੜਾ ਹੈ, ਤੇ ਕਰਮ ਅਵਤਾਰਾਂ ਨੂੰ ਵੀ ਉਸੇ ਤਰ੍ਹਾਂ ਜੋ ਵਿਧਾਤਾ ਦੇ ਲੇਖ ਲਿਖੇ ਗਏ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਪ੍ਰਾਲਬਧ ਜਿਹੜੀ ਬਣ ਗਈ ਇਹ ਭੁੱਲ ਜਾਓ ਵੀ ਕੋਈ ਪੀਰ, ਕੋਈ ਤਾਗੇ ਤਵੀਤ ਕਰਨ ਵਾਲਾ। ਹਾਂ, ਨਾਮ ਦੇ ਵਿੱਚ ਸ਼ਕਤੀ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਇੱਕ ਵੀ ਨਹੀਂ ਕਰੋੜਾਂ ਕਰਮ ਕੱਟ ਸਕਦਾ ਹੈ।
ਸੋ ਸੁਣਨਾ ਕਰੋ ਜੀ। ਜਿਨ ਕਰਮਨ ਕੋ ਦਿਓ ਸਰੀਰ, ਜਿਹੜੇ ਕਰਮਾਂ ਨੇ ਸਾਨੂੰ ਸਰੀਰ ਦਿੱਤਾ ਹੈ, ਪ੍ਰਵਦ ਸੋ ਜਾਨੋ ਧੀਰ। ਹੇ ਧੀਰ ਜਵਾਨ ਗੁਰੂ ਕੇ ਸਿੱਖੋ, ਕਹਿੰਦੇ ਉਹਦਾ ਨਾਮ ਹੈ ਪ੍ਰਲਬਧ। ਜਿਹਨੇ ਕਰਮਾਂ ਨੇ ਸਾਨੂੰ ਸਰੀਰ ਦਿੱਤਾ ਹੈ, ਆ ਪ੍ਰਲਬਧ ਹੈ ਸਰੀਰ। ਜੋ ਕੁਛ ਮਿਲਣਾ ਹੈ ਪਹਿਲੇ ਲਿਖਿਆ ਹੋਇਆ ਹੈ, ਜੋ ਨਹੀਂ ਮਿਲਣਾ ਨਹੀਂ ਮਿਲਣਾ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਅਨਕ ਜਨਮ ਕੇ ਕਰੇ ਇਕੱਤਰ, ਅਨੇਕਾਂ ਜਨਮਾਂ ਦੇ ਜਿਹੜੇ ਇਕੱਤਰ ਕੀਤੇ ਹੋਏ ਹਨ ਕਰਮ, ਸੋ ਸੰਚਿਤ ਹੈ ਨਾਮ ਵਿਚਿੱਤਰ। ਉਹਨਾਂ ਨਾਨਾ ਤਰ੍ਹਾਂ ਦੇ ਕਰਮਾਂ ਦਾ ਨਾਮ ਸੰਚਿਤ ਕਰਮ ਹੈ, ਜਿਹੜੇ ਜਨਮਾਂ ਜਨਮਾਤਰਾਂ ਦੇ ਇਕੱਠੇ ਕੀਤੇ ਹੋਏ ਹਨ। ਕਿਰਿਆ ਹੋਤ ਨਿਤ ਜੁਤ ਅਭਮਾਨ, ਜਿਹੜੇ ਹੰਕਾਰ ਦੇ ਸਹਿਤ ਨਿਤ ਅਸੀਂ ਕਿਰਿਆ ਕਰਦੇ ਹਾਂ। ਕਿਰਿਆ ਮਾਨ ਇਹ ਜਾਨ ਸੁਜਾਨ। ਇਹ ਸ੍ਰੇਸ਼ਟ ਬੁੱਧੀਵਾਨੋ, ਕਹਿੰਦੇ ਉਹਦਾ ਨਾਮ ਭਾਈ ਕਿਰੇਮਾਨ ਹੈ। ਕਿਰਿਆ ਮਾਨ ਕਹਿਓ ਬਨਾਏ, ਤੇ ਕਿਰੇਮਾਨ ਕਹਿਓ ਬਣਾਏ, ਕਹਿੰਦੇ ਭਾਈ ਉਹਨੂੰ ਕਿਰੇਮਾਨ ਕਹਿ ਦਿੱਤਾ ਵੀ ਉਹ ਇਸ ਤਰ੍ਹਾਂ ਬਣਦਾ ਹੈ। ਤ੍ਰੈ ਸੰਗਿਆ ਇਸ ਕੀ ਹੋ ਜਾਏ। ਇਹ ਜਿਹੜਾ ਕਿਰੇਮਾਨ ਕਰਮ ਹੈ, ਕਹਿੰਦੇ ਇਹਦੇ ਹੀ 3 ਹਿੱਸੇ ਬਣਦੇ ਨੇ। ਇਹਦਾ ਹੀ ਸੰਚਿਤ ਬਣਨਾ ਹੈ, ਇਹਦੀ ਉਹ ਪ੍ਰਾਲਬਧ ਬਣਨੀ ਹੈ, ਇਹੀ ਕਿਰੇਮਾਨ ਹੈ। ਇੱਕ ਕਰਮ ਦੇ 3 ਨਾਮ ਹੋਣੇ ਨੇ। ਉਹਦੇ 'ਚ ਭਾਈ ਸਾਹਿਬ ਦ੍ਰਿਸ਼ਟਾਂਤ ਦੇਣਗੇ ਤਾਂ ਕਿ ਸੌਖਾ ਸਮਝ ਆ ਜਾਏ। ਸਮੇਂ ਦਾ ਦ੍ਰਿਸ਼ਟਾਂਤ ਦੇਣਗੇ, ਭੂਤਕਾਲ ਭਵਿੱਖ ਵਰਤਮਾਨ, ਉਹ ਸਾਰੇ ਦ੍ਰਿਸ਼ਟਾਂਤ ਦੇ ਨਾਲ ਸਮਝਾਉਣਗੇ। ਸਮਾਂ ਹੋ ਗਿਆ ਸਮਾਪਤੀ ਦਾ, ਤੇ ਸਹਿਜੇ ਸਹਿਜੇ ਕੰਮ ਕਰਨ ਵਾਲਾ, ਸਮਝਣ ਵਾਲਾ ਇਹ ਗੁਰੂ ਕਿਰਪਾ ਕਰੇ। ਬਹੁਤ ਸੰਗਤਾਂ ਦੇ ਵਿੱਚ ਪਿਆਰ ਉਤਸ਼ਾਹ ਗੁਰਮੁਖਾਂ ਦੇ ਅੰਦਰ, ਭਾਵੇਂ ਔਖੀ ਬਾਤ ਹੈ, ਥੋੜਾ ਜਿਹਾ ਐਸਾ ਵੀ ਬਚਨ ਹੁੰਦੇ ਆ ਵੀ ਹੈ ਜੀ ਕੰਮ ਬੜਾ ਔਖਾ ਹੈ, ਇੱਕ ਗੱਲ ਸਮਝ ਆਉਣ ਲੱਗਦੀ ਹੈ, ਇੰਨੇ ਨੂੰ ਗਾਂ ਵਾਲੀ ਹੋਰ ਆ ਜਾਂਦੀ ਹੈ, ਉਹ ਉਦੋਂ ਵੀ ਔਖੀ ਹੁੰਦੀ ਹੈ। ਹੌਲੀ ਹੌਲੀ ਸਹਿਜੇ ਹੋਤਾ ਜਾਏ ਸੋਚ, ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ। ਕਿਰਿਆ ਮਾਨ ਜੋ ਕਹਿਓ ਬਨਾਏ, ਤ੍ਰੈ ਸੰਗਿਆ ਇਸ ਕੀ ਹੋ ਜਾਏ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया, अंधकूप महापयान नानक पार। आई प्रभु शरणागति कृपा निध दयाल, एक अखर हर मन वस्त नानक होत निहाल। वाहिगुरु नाम जहाज है चढ़े सो उतरे, जो सरदा कर सेव दे गुर पार उतार। जो सरदा कर सेव दे गुर पार उतारन। वाहिगुरु जी का खालसा, वाहिगुरु जी